ਦੋਸਤੋ ਹਾਜ਼ਰ ਹਾਂ ਇੱਕ ਹੋਰ ਵੀਡੀਓ ਰਿਪੋਰਟ ਲੈ ਕੇ ਤੇ ਅੱਜ ਦੀ ਇਸ ਵੀਡੀਓ ਰਿਪੋਰਟ ਵਿੱਚ ਮੈਂ ਗੱਲ ਕਰਾਂਗਾ ਪੰਜਾਬ ਦੇ ਵਿੱਚ ਕੇਬਲ ਮਾਫੀਆ ਦੇ ਵਿਸ਼ੇ ਉੱਤੇ। ਕੀ ਪੰਜਾਬ ਦੇ ਵਿੱਚ ਇੱਕ ਬਹੁਤ ਹੀ ਮਜ਼ਬੂਤ ਕੇਬਲ ਮਾਫੀਆ ਹੈ ਜੋ ਕਿ ਕਿਸੇ ਵੀ ਹੋਰ ਮੁਕਾਬਲੇਬਾਜ਼ੀ ਦੇ ਵਿੱਚ ਆਏ ਖਿਡਾਰੀ ਨੂੰ ਆਪਣੇ ਨਾਲ ਬੀਤੇ ਡੇਢ ਦਹਾਕੇ ਤੋਂ ਮੈਦਾਨ ਵਿੱਚ ਹੀ ਉਤਰਨ ਨਹੀਂ ਦੇ ਰਿਹਾ। ਕੀ ਅਜਿਹੀ ਏਕਾਧਿਕਾਰ ਜਾਂ ਜਿਸ ਨੂੰ ਇਜ਼ਾਰੇਦਾਰੀ ਕਹਿੰਦੇ ਆ ਉਸ ਤਰੀਕੇ ਦੀ ਟ੍ਰੇਡ ਪ੍ਰੈਕਟਿਸ ਪੰਜਾਬ ਦੀ ਇੱਕ ਰਿਵਾਇਤ ਬਣ ਚੁੱਕੀ ਹੈ। ਇਸ ਨੂੰ ਅੱਜ ਸਮਝਾਂਗੇ ਇਸ ਰਿਪੋਰਟ ਦੇ ਜ਼ਰੀਏ, ਕਿਉਂਕਿ ਆਪਾਂ ਕਈ ਸੰਦਰਭਾਂ ਦੇ ਵਿੱਚ ਪੰਜਾਬ ਦੇ ਵਿੱਚ ਰੇਤ ਮਾਫੀਆ, ਟਰਾਂਸਪੋਰਟ ਮਾਫੀਆ ਸਭ ਦੀਆਂ ਗੱਲਾਂ ਬਾਤਾਂ ਸੁਣੀਆਂ ਤੇ ਇਹ ਵੀ ਸਮਝਣ ਦੀ ਕੋਸ਼ਿਸ਼ ਕੀਤੀ ਵੀ ਕਿਸ ਤਰੀਕੇ ਨਾਲ ਇਹ ਸਾਰੇ ਮਾਫੀਆ ਆਪਰੇਟ ਕਰਦੇ ਨੇ। ਲੇਕਿਨ ਕੇਬਲ ਮਾਫੀਆ ਦੇ ਉੱਤੇ ਘੱਟ ਵੱਧ ਗੱਲਾਂ ਬਾਤਾਂ, ਰਿਪੋਰਟਾਂ ਜਾਂ ਚਰਚਾਵਾਂ ਹੀ ਸੁਣਨ ਨੂੰ ਮਿਲਦੀਆਂ ਨੇ। ਹਾਂ, ਸਿਆਸੀ ਡਿਸਕੋਰਸ ਦੇ ਵਿੱਚ, ਭਾਸ਼ਣਬਾਜ਼ੀ ਦੇ ਵਿੱਚ, ਸਪੀਚਾਂ ਦੇ ਵਿੱਚ ਤੇ ਇੱਕ ਦੂਸਰੇ ਉੱਤੇ ਜਦੋਂ ਤੌਹਮਤਾਂ ਲਾਣੀਆਂ ਹੁੰਦੀਆਂ ਨੇ ਸਿਆਸੀ ਲੀਡਰਾਂ ਵੱਲੋਂ ਤਾਂ ਕੇਬਲ ਮਾਫੀਆ ਦਾ ਜ਼ਿਕਰ ਅਕਸਰ ਆਉਂਦਾ ਹੈ, ਸੁਣ ਲਿਆ ਜਾਂਦਾ ਹੈ। ਸੋ ਅੱਜ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰ ਵਾਕਈ ਕੀ ਪੰਜਾਬ ਦੇ ਵਿੱਚ ਐਡਾ ਮਜ਼ਬੂਤ ਕੇਬਲ ਮਾਫੀਆ ਹੈ, ਇਸ ਨੂੰ ਸੰਚਾਲਿਤ ਕੌਣ ਕਰਦਾ ਤੇ ਇਸ ਦੇ ਪਿੱਛੇ ਦੀ ਕਮਾਈ ਕਿੱਡੀ ਵੱਡੀ ਕਮਾਈ ਹੈ। ਇਸ ਕੇਬਲ ਮਾਫੀਆ ਦੇ ਢੰਗ ਤਰੀਕੇ ਨੂੰ ਸਮਝਣ ਦਾ ਇੱਕ ਸਬਬ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਰਾਂ ਵੱਲੋਂ ਕੀਤੀ ਗਈ ਉਹ ਘੋਸ਼ਣਾ ਵੀ ਹੈ, ਐਲਾਨ ਵੀ ਹੈ, ਜਿਸ ਤਹਿਤ ਕਿ ਉਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਭਰੋਸਾ ਦਵਾਇਆ ਹੈ ਵੀ 100 ਰੁਪਏ ਤੋਂ ਵੱਧ ਕਿਸੇ ਵੀ ਕੇਬਲ ਆਪਰੇਟਰ ਨੂੰ ਕੋਈ ਵੀ ਜਿਹੜਾ ਹਾਊਸ ਹੋਲਡ ਹੈ, ਕੋਈ ਵੀ ਪਰਿਵਾਰ ਹੈ, ਘਰ ਹੈ, ਉਸ ਨੂੰ ਦੇਣ ਦੀ ਲੋੜ ਨਹੀਂ। ਯਾਨੀ ਕਿ 100 ਰੁਪਏ ਦੇ ਵਿੱਚ ਹੀ ਅਫੋਰਡੇਬਲ ਤੇ ਬਹੁਤ ਹੀ ਸਸਤਾ ਜਿਹੜਾ ਕੇਬਲ ਟੀਵੀ ਹੈ ਉਹ ਤੁਹਾਨੂੰ ਮੁਹੱਈਆ ਕਰਾਇਆ ਜਾਏਗਾ। ਤੇ ਜੇ ਕੋਈ ਵੱਧ ਪੈਸਾ ਮੰਗਦਾ ਹੈ, ਕੋਈ ਕੇਬਲ ਆਪਰੇਟਰ ਜਾਂ ਕੋਈ MSO, ਤਾਂ ਮੁੱਖ ਮੰਤਰੀ ਸਾਹਿਬ ਕਹਿ ਰਹੇ ਨੇ ਮੈਨੂੰ ਦੱਸਿਆ ਜਾਵੇ। ਹਾਲਾਂਕਿ ਇਸ ਤਰੀਕੇ ਦੇ ਪਹਿਲੇ ਵੀ ਵਾਅਦੇ ਜਾਂ ਗੱਲਾਂ ਬਾਤਾਂ, ਐਲਾਨ ਜਿਹੜੇ ਹੈਗੇ ਨੇ ਚੰਨੀ ਹੋਰਾਂ ਵੱਲੋਂ ਪਹਿਲਾਂ ਕੀਤੇ ਗਏ ਨੇ। ਰੇਤ ਦੇ ਸੰਦਰਭ ਦੇ ਵਿੱਚ ਉਹਨਾਂ ਵੱਲੋਂ ਕੀਮਤਾਂ ਘਟਾਏ ਜਾਣ ਦੀ ਗੱਲਬਾਤ ਕੀਤੀ ਗਈ, ਲੇਕਿਨ ਕੀਮਤਾਂ ਰੇਤ ਦੀਆਂ ਜਾਂ ਜੋ ਵੀ ਸੈਂਡ ਮਾਫੀਆ ਦਾ ਇੱਕ ਆਪਰੇਸ਼ਨ ਚੱਲਿਆ ਕਰਦਾ ਸੀ ਉਸ ਦੇ ਵਿੱਚ ਕੋਈ ਵੀ ਰਿਲੀਫ ਜਿਹੜੀ ਹੈ ਲੋਕਾਂ ਨੂੰ ਮਿਲਦੀ ਹੋਈ ਨਜ਼ਰ ਨਹੀਂ ਆਈ ਹੈ। ਕਈ ਰਸਾਲੇ, ਅਖਬਾਰਾਂ, TV ਚੈਨਲਾਂ ਨੇ ਰਿਪੋਰਟਾਂ ਨਸ਼ਰ ਕੀਤੀਆਂ ਨੇ। ਸੋ ਮੁੱਖ ਮੰਤਰੀ ਦੇ ਐਲਾਨ ਕਾਗਜ਼ਾਂ, ਫਾਈਲਾਂ ਦੇ ਵਿੱਚ ਜਾਂ ਫਿਰ TV ਚੈਨਲਾਂ ਜਾਂ ਅਖਬਾਰਾਂ ਦੇ ਕਾਲਮ ਤੱਕ ਹੀ ਮਹਿਦੂਦ ਨੇ ਜਾਂ ਉਸ ਤੋਂ ਅੱਗੇ ਵੀ ਵਧੇ ਨੇ। ਇਸ ਚੀਜ਼ ਦਾ ਰਿਐਲਿਟੀ ਚੈੱਕ ਕੁਝ ਹੱਦ ਤੱਕ ਹੋ ਪਾਇਆ ਹੈ, ਲੇਕਿਨ ਕੇਬਲ ਮਾਫੀਆ ਨੂੰ ਅੱਜ ਸਮਝਣ ਦਾ ਇੱਕ ਮੌਕਾ ਹੈ। ਸੋ ਅੱਜ ਆਪਾਂ ਮੁੱਖ ਮੰਤਰੀ ਕੀ ਕਹਿ ਰਹੇ ਨੇ, ਕਿਸ ਹੱਦ ਤੱਕ ਉਹ ਪ੍ਰੈਕਟੀਕਲ ਹੈ, ਵਿਵਹਾਰਿਕ ਹੈ, ਇਹ ਕੀ ਗੱਲਬਾਤ ਵਾਕਈ ਸਿਰੇ ਚੜ੍ਹ ਸਕਦੀ ਹੈ। ਕਿ ਵਾਕਈ ਕੇਬਲ ਟੈਲੀਵਿਜ਼ਨ ਨੂੰ ਵੇਖਣਾ ਐਡਾ ਸਸਤਾ ਸੀ, ਤੇ ਜੇ ਐਡਾ ਸਸਤਾ ਸੀ ਤਾਂ ਬੀਤੇ 14-15 ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਖੁੱਲੀ ਲੁੱਟ ਹੋਈ ਹੈ। ਤੇ ਜੇ ਇਹਨੂੰ ਆਪਾਂ ਲੁੱਟ ਕਹਿ ਸਕਦੇ ਹਾਂ ਤਾਂ ਕਿੱਡੀ ਵੱਡੀ ਲੁੱਟ ਹੈ। ਇਹ ਸਭ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਸੋ ਮੁੱਢਲੇ ਤੌਰ ਤੇ ਆਪਾਂ ਇਹ ਸਮਝ ਲਈਏ ਵੀ ਪੰਜਾਬ ਦੇ ਵਿੱਚ ਕੇਬਲ ਆਪਰੇਟਰ ਜਾਂ ਕੇਬਲ ਦਾ ਜਿਹੜਾ ਬਿਜ਼ਨਸ ਹੈ ਉਸ ਨੂੰ ਕੇਬਲ ਆਪਰੇਟਰਸ ਦੇ ਇੱਕ ਬਹੁਤ ਵੱਡੇ ਨੈਟਵਰਕ ਦੇ ਜ਼ਰੀਏ ਅੱਗੇ ਤੋਰਿਆ ਜਾਂਦਾ ਹੈ। ਸੈਂਕੜਾਂ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਅਲੱਗ-ਅਲੱਗ ਇਲਾਕਿਆਂ ਦੇ ਵਿੱਚ ਫੈਲੇ ਹੋਏ ਹੈਗੇ ਨੇ ਕੇਬਲ ਆਪਰੇਟਰ, ਜੋ ਕਿ ਪੰਜਾਬ ਦੇ ਵਿੱਚ ਕਈ ਦਹਾਕਿਆਂ ਤੋਂ, ਤਕਰੀਬਨ 3 ਦਹਾਕੇ ਦੇ ਆਸ-ਪਾਸ ਸਮਾਂ ਜਦੋਂ ਤੋਂ ਕੇਬਲ TV ਦੀ ਸ਼ੁਰੂਆਤ ਹੋਈ ਸੀ। ਮਿਡ 90s ਦੇ ਵਿੱਚੋਂ ਜਦੋਂ ਕਿ ਗਲਫ ਵਾਰ ਛਿੜੀ ਸੀ, ਉਸ ਵਕਤ ਕੇਬਲ ਜਿਹੜਾ ਟੈਲੀਵਿਜ਼ਨ ਸੀ ਉਹ ਸ਼ੁਰੂ ਹੋਇਆ ਸੀ ਤੇ ਕੇਬਲ ਟੈਲੀਵਿਜ਼ਨ ਦਾ ਪਹਿਲਾ ਵੱਡਾ ਜਿਹੜਾ ਪ੍ਰਸਾਰਣ ਸੀ ਉਹ ਗਲਫ ਵਾਰ ਦਾ ਸੀ। ਸੋ ਗਲਫ ਵਾਰ ਨੂੰ ਪੂਰਾ ਕੇਬਲ ਟੈਲੀਵਿਜ਼ਨ ਨੇ ਦਿਖਾਇਆ ਤੇ ਉਸ ਤੋਂ ਬਾਅਦ ਇੱਕ ਰੈਵੋਲੂਸ਼ਨ ਕੇਬਲ ਦਾ ਭਾਰਤ ਵਿੱਚ ਵੇਖਿਆ ਗਿਆ। ਲੇਕਿਨ ਜਿਵੇਂ-ਜਿਵੇਂ ਸਮਾਂ ਅੱਗੇ ਵਧਿਆ, ਭਾਰਤ ਦੇ ਵਿੱਚ ਕੇਬਲ TV ਨਾਲ ਜੁੜੇ ਹੋਏ ਕਾਨੂੰਨਾਂ ਦੇ ਵਿੱਚ ਵਿਆਪਕ ਬਦਲਾਅ ਲਿਆਂਦੇ ਗਏ। ਕੁਝ ਸਾਲ ਪਹਿਲਾਂ ਵੀ ਇੱਕ ਬਹੁਤ ਵੱਡਾ ਬਦਲਾਅ ਲਿਆਂਦਾ ਗਿਆ, ਜਿਸ ਦੇ ਜ਼ਰੀਏ ਕਿ ਇਸ ਕੇਬਲ ਨੈਟਵਰਕ ਜਾਂ ਕੇਬਲ ਟੈਲੀਵਿਜ਼ਨ ਦੇ ਪੂਰੇ ਆਪਰੇਸ਼ਨ ਨੂੰ ਲੋਕਾਂ ਲਈ ਅਫੋਰਡੇਬਲ ਬਣਾਇਆ ਜਾਏ ਤੇ ਉਸ ਦੇ ਜਿਹੜੇ ਕੀਮਤਾਂ ਹੈਗੀਆਂ ਨੇ, ਕਿਹੜਾ ਚੈਨਲ ਕਿੰਨੇ ਰੁਪਏ ਦਾ, ਕਿਹੜਾ ਪੈਕ ਕਿੰਨੇ ਰੁਪਏ ਦਾ, ਇਹ ਸਾਰੀਆਂ ਚੀਜ਼ਾਂ ਤੈਅ ਕੀਤੀਆਂ ਜਾਣ। ਇਸ ਲਈ ਕਾਨੂੰਨ ਪਾਰਲੀਮੈਂਟ ਦੇ ਵਿੱਚ ਲਿਆਂਦਾ ਜਾਂਦਾ, ਜੋ ਕਿ ਕਾਫੀ ਹੱਦ ਤੱਕ ਕਾਮਯਾਬ ਕਾਨੂੰਨ ਕਿਹਾ ਜਾ ਸਕਦਾ। ਲੇਕਿਨ ਪੂਰੇ ਦੇਸ਼ ਦਾ ਟ੍ਰੈਂਡ ਇੱਕ ਪਾਸੇ ਤੇ ਪੰਜਾਬ ਦਾ ਟ੍ਰੈਂਡ ਇੱਕ ਪਾਸੇ। ਪੰਜਾਬ ਦੇ ਵਿੱਚ ਬੀਤੇ ਤਕਰੀਬਨ ਡੇਢ ਦਹਾਕੇ, ਮੈਂ ਲਗਭਗ 13 ਜਾਂ 14 ਸਾਲ ਕਹਾਂਗਾ, 13 ਜਾਂ 14 ਸਾਲ ਦੇ ਵਕਫੇ ਦੇ ਵਿੱਚ 10 ਸਾਲ ਅਕਾਲੀ ਦਲ ਦੀ ਸਰਕਾਰ ਰਹੀ ਤੇ 4.5 ਸਾਲ ਕੈਪਟਨ ਅਮਰਿੰਦਰ ਹੋਰਾਂ ਦੀ ਸਰਕਾਰ ਰਹੀ। ਇਸ ਦੌਰਾਨ ਪੰਜਾਬ ਦੇ ਵਿੱਚ ਇਸ ਪੂਰੇ ਦੇ ਪੂਰੇ ਬਿਜ਼ਨਸ ਧੰਦੇ ਵਿੱਚ ਸਮੁੱਚੇ ਤੌਰ ਤੇ, ਮੁਕੰਮਲ ਤੌਰ ਤੇ ਇੱਕ ਮੋਨੋਪੋਲੀ ਵੇਖਣ ਨੂੰ ਮਿਲੀ, ਇੱਕ ਕੰਪਨੀ ਫਾਸਟਵੇ ਦੀ। ਹੁਣ ਇਹ ਫਾਸਟਵੇ ਦੀ ਕੰਪਨੀ ਜਿਸ ਦੇ ਕੋਲ ਕੀ ਕੰਪੀਟੀਟਿਵ ਐਜ ਸੀ, ਜਿਸ ਦੇ ਕੋਲ ਕੀ ਤਕਨੀਕ ਸੀ, ਜਿਸ ਨੇ ਕਿ ਸ਼ੁਰੂਆਤੀ ਫੇਜ਼ ਦੇ ਵਿੱਚ ਸਾਲ 2008-9 ਦੇ ਦੌਰਾਨ ਹੀ ਇੱਕ ਬਹੁਤ ਲੰਮਾ ਚੌੜਾ ਜਿਹੜਾ ਖਰਚ ਸੀ ਟੈਕਨੀਕਲ ਅਪਗ੍ਰੇਡੇਸ਼ਨ ਦੇ ਵਿੱਚ, ਇਸ ਪੂਰੇ ਦੇ ਪੂਰੇ ਕੇਬਲ ਬਿਜ਼ਨਸ ਨੂੰ ਡਿਜੀਟਾਈਜ਼ ਕਿਵੇਂ ਕਰਨਾ ਹੈ ਜਾਂ ਡਿਜੀਟਲਾਈਜੇਸ਼ਨ ਇਸ ਦਾ ਕਿਵੇਂ ਕਰਨਾ ਹੈ, ਉਸ ਨੂੰ ਕਰਨ ਦੇ ਵਿੱਚ ਇੱਕ ਬਹੁਤ ਵੱਡੇ ਪੱਧਰ ਦਾ ਖਰਚਾ ਇਹਨਾਂ ਨੇ ਕੀਤਾ, ਬਹੁਤ ਇਨਵੈਸਟਮੈਂਟ ਕੀਤੀ ਗਈ। ਤੇ ਇਸ ਦੇ ਪਿੱਛੇ ਇੱਕ ਵੱਡਾ ਕਾਰਨ ਇਹ ਸੀ ਵੀ ਇਸ ਕੰਪਨੀ ਦੇ ਪਿੱਛੇ ਪੂਰੇ ਦੇ ਪੂਰੇ ਤਰੀਕੇ ਨਾਲ ਬੈਕਅਪ ਸੀ। ਉਸ ਵਕਤ ਅਕਾਲੀ ਦਲ ਦੇ ਜਿਹੜੇ ਡਿਪਟੀ ਚੀਫ ਮਿਨਿਸਟਰ ਵੀ ਬਣ ਚੁੱਕੇ ਸਨ, ਸੁਖਬੀਰ ਬਾਦਲ। ਅਕਾਲੀ ਦਲ ਦੀ ਸਰਕਾਰ ਜੋ ਕਿ ਪੰਜਾਬ ਦੇ ਵਿੱਚ ਕਈ ਸਾਲ ਜਿਸਨੇ ਰਾਜ ਕਰਨਾ ਹੁੰਦਾ 2017 ਤੱਕ, ਉਸ ਦਾ ਪੂਰਾ ਕੰਮਕਾਜ ਤੁਰਿਆ ਤੇ ਇਹਨਾਂ तमाम ਸਾਲਾਂ ਦੇ ਵਿੱਚ ਇਸ ਕੰਪਨੀ ਫਾਸਟਵੇ ਵੱਲੋਂ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕੀਤੀ ਗਈ। ਉਸ ਦਾ ਇੱਕ ਵੱਡਾ ਕਾਰਨ ਸੀ
ਇੱਕ ਪੂਰਾ ਦਾ ਪੂਰਾ ਮੋਨੋਪੋਲਿਸਟਿਕ ਮਾਡਲ, ਜਿਸ ਤਹਿਤ ਕਿ ਉਹ ਕੇਬਲ ਆਪਰੇਟਰ ਜੋ ਕਿ ਇੰਡੀਵਿਜੂਅਲੀ ਆਪਣੇ ਆਪਣੇ ਪੱਧਰ ਤੇ ਕੰਮ ਕਰ ਰਹੇ ਸਨ। ਉਸ ਤੋਂ ਪਹਿਲਾਂ ਸਿਟੀ ਕੇਬਲ ਹੋਇਆ ਕਰਦੀ ਸੀ, ਇੱਕ ਵੱਖਰੀ ਕੰਪਨੀ ਹੋਇਆ ਕਰਦੀ ਸੀ, ਹੋਰ ਵੀ ਕੁਝ ਪਲੇਅਰਸ ਮੈਦਾਨ ਵਿੱਚ ਹੋਇਆ ਕਰਦੇ ਸਨ। ਲੇਕਿਨ ਇਸ ਤਰੀਕੇ ਨਾਲ ਇਸ ਕੇਬਲ ਦੇ ਬਿਜ਼ਨਸ ਦੀ ਡਿਜੀਟਲਾਈਜੇਸ਼ਨ ਜਿਹੜੀ ਹੋਈ, ਯਾਨੀ ਕਿ ਇਸ ਨੂੰ ਡਿਜੀਟਲਾਈਜ਼ ਕੀਤਾ ਗਿਆ, ਉਹ ਇੱਕ ਬਹੁਤ ਵੱਡਾ ਟੈਕਨੋਲੋਜੀਕਲ ਅਪਗ੍ਰੇਡ ਸੀਗਾ, ਜਿਸ ਨੂੰ ਕਿ ਬਹੁਤ ਵੱਡਾ ਕੋਈ ਖਿਡਾਰੀ, ਇਸ ਪੂਰੇ ਦੇ ਪੂਰੇ ਬਿਜ਼ਨਸ ਟ੍ਰੇਡ ਦਾ ਖਿਡਾਰੀ ਹੀ ਕਰ ਸਕਦਾ ਸੀ, ਜਿਸ ਨੂੰ ਕਿ ਆਉਣ ਵਾਲੇ 1 2 4 ਨਹੀਂ ਬਲਕਿ ਆਉਣ ਵਾਲੇ ਕਈ ਦਹਾਕਿਆਂ ਦੇ ਬਿਜ਼ਨਸ ਜਾਂ ਟ੍ਰੈਂਡਸ ਦੀ ਸਮਝ ਸੀ। ਸੋ ਉਹ ਕੰਪਨੀ ਫਾਸਟਵੇ ਦੇ ਰੂਪ ਵਿੱਚ ਆਉਂਦੀ ਹੈ। ਸਭ ਤੋਂ ਪਹਿਲਾਂ ਇੱਕ ਕੰਪਨੀ ਹੁੰਦੀ ਸੀ ਜਿਸ ਦਾ ਨਾਮ ਸੀ ਡੀਜੀ ਕੇਬਲ ਤੋਂ ਬਾਅਦ ਇਹ ਕੰਪਨੀ ਅਲੱਗ-ਅਲੱਗ ਨਾਂ ਜਾਂ ਨੋਮਨਕਲੇਚਰ ਬਦਲਦਿਆਂ ਹੋਇਆ ਫਾਸਟਵੇ ਦੇ ਵਿੱਚ ਤਬਦੀਲ ਹੁੰਦੀ ਹੈ। ਤੇ ਉਸ ਤੋਂ ਬਾਅਦ ਇਸ ਵੱਲੋਂ ਆਪਣਾ ਹੈਡ ਐਂਡ ਜਿਹੜਾ ਹੈ, ਹੈਡ ਐਂਡ ਦਾ ਮਤਲਬ ਹੈ ਉਹ ਪੂਰਾ ਦਾ ਪੂਰਾ ਸਟੇਸ਼ਨ ਜਿੱਥੋਂ ਕਿ ਕੇਬਲ ਦਾ ਜਿਹੜਾ ਸਿਗਨਲ ਹੈ ਸੈਟੇਲਾਈਟਾਂ ਤੋਂ ਅਲੱਗ-ਅਲੱਗ ਚੈਨਲਾਂ ਨੂੰ ਰਿਸੀਵ ਕਰਨ ਤੋਂ ਬਾਅਦ ਉਸ ਨੂੰ ਪੂਰੇ ਪੰਜਾਬ ਦੇ ਵਿੱਚ ਇੱਕ ਹੀ ਹੈਡ ਐਂਡ ਤੋਂ ਟਰਾਂਸਮਿਟ ਕੀਤਾ ਜਾਣਾ ਹੁੰਦਾ ਹੈ। ਸੋ ਉਸ ਸਿਗਨਲ ਦਾ ਜਿਹੜਾ ਪੂਰਾ ਦਾ ਪੂਰਾ ਕੰਟਰੋਲ ਹੈ ਉਸ ਨੂੰ ਹੈਡ ਐਂਡ ਕਿਹਾ ਜਾਂਦਾ ਹੈ, ਜਿਸ ਨੂੰ ਕਿ ਲੁਧਿਆਣਾ ਵਿੱਚ ਸਥਾਪਿਤ ਕਰ ਲਿਆ ਗਿਆ। ਤੇ ਉਸ ਤੋਂ ਬਾਅਦ ਅਲੱਗ-ਅਲੱਗ ਆਪਰੇਟਰਸ ਦੇ ਨਾਲ ਕਰਾਰ ਜਿਹੜੇ ਸੀ ਇਸ ਕੰਪਨੀ ਵੱਲੋਂ ਸਾਈਨ ਕੀਤੇ ਜਾਂਦੇ ਨੇ, ਜਿਸ ਤਹਿਤ ਕਿ ਉਹਨਾਂ ਕੇਬਲ ਆਪਰੇਟਰਸ ਨੂੰ ਬਹੁਤ ਹੀ ਚੰਗੇ ਆਫਰਸ ਦੇ ਕੇ ਉਹਨਾਂ ਨੂੰ ਆਪਣੇ ਨਾਲ ਬਿਜ਼ਨਸ ਪਾਰਟਨਰ ਬਣਾ ਲਿਆ ਗਿਆ। ਪੋਜੀਸ਼ਨ ਇਸ ਤਰੀਕੇ ਨਾਲ ਹੀ ਕੇਬਲ ਆਪਰੇਟਰ ਦੀ ਬਦਲਦੀ ਹੈ ਵੀ ਪਹਿਲਾਂ ਉਹ ਆਪਣੇ ਪੂਰੇ ਦੇ ਪੂਰੇ ਕੰਮ ਧੰਦੇ ਦਾ ਜੋ ਕਿ ਉਹਨੇ ਖਰਚਾ ਕੀਤਾ ਸੀ ਤਾਰਾਂ ਵਿਛਾਉਣ ਦੇ ਵਿੱਚ, ਇਨਫਰਾਸਟ੍ਰਕਚਰ ਡਿਵੈਲਪਮੈਂਟ ਕਰਨ ਦੇ ਵਿੱਚ, ਉਸ ਦੇ ਵੱਲੋਂ ਜਿਹੜੀ ਇਨਵੈਸਟਮੈਂਟ ਕੀਤੀ ਗਈ ਸੀ ਉਸ ਦਾ ਉਹ ਮਾਲਕ ਖੁਦ ਹੁੰਦਾ ਸੀ। ਮਾਲਕ ਤਾਂ ਖੁਦ ਹੀ ਰਿਹਾ, ਲੇਕਿਨ ਬਾਅਦ ਦੇ ਵਿੱਚ ਕਰਾਰ ਐਡੇ ਸਖਤ ਹੁੰਦੇ ਗਏ ਜਿਸ ਤਹਿਤ ਕਿ ਇੱਕ ਕੇਬਲ ਆਪਰੇਟਰ ਦੀ ਭੂਮਿਕਾ ਇੱਕ ਇੰਡੀਪੈਂਡੈਂਟ ਐਂਟੀਟੀ ਤੋਂ ਘਟ ਕੇ ਇੱਕ ਮੈਨੇਜਰ ਦੀ ਰਹਿ ਗਈ। ਹਾਲਾਂਕਿ ਕਾਨੂੰਨੀ ਪੱਧਰ ਉੱਤੇ ਕੇਬਲ ਆਪਰੇਟਰ ਅੱਜ ਵੀ ਐਗਜ਼ਿਸਟ ਕਰਦੇ ਨੇ। ਤਕਰੀਬਨ 80% ਦਾ ਜਿਹੜਾ ਪੂਰਾ ਨੈਟਵਰਕ ਹੈ ਉਹ ਇਹਨਾਂ ਕੇਬਲ ਆਪਰੇਟਰਾਂ ਦੇ ਹੱਥ ਵਿੱਚ ਹੀ ਹੈ। ਲੇਕਿਨ ਇਹਨਾਂ ਨਾਲ ਸਮਿਆਂ ਦੇ ਉੱਤੇ ਜਿਹੜੇ ਕਰਾਰ ਸਨ ਉਹ ਐਡੇ ਸਖਤ ਕੀਤੇ ਗਏ ਜਿਸ ਤਹਿਤ ਕਿ ਇਹਨਾਂ ਦੇ ਸਾਹਮਣੇ ਹੋਰ ਕੋਈ ਆਪਸ਼ਨ ਨਹੀਂ ਸੀ। ਪੂਰਾ ਦਾ ਪੂਰਾ ਇੱਕ ਜਿਹੜਾ ਕੰਟਰੋਲ ਸੀ, ਪੂਰੇ ਦੇ ਪੂਰੇ ਸਿਗਨਲ ਦਾ ਕੰਟਰੋਲ ਸੀ, ਉਹ MSO ਕੋਲ ਹੋਣਾ ਸੀ। MSO ਸੀ ਫਾਸਟਵੇ, ਜਿਸਨੇ ਕਿ ਹੋਰ ਕਿਸੇ ਵੀ ਬਰਾਬਰ ਦੇ ਪੈਰਲਲ MSO ਜਾਂ ਪਲੇਅਰ ਨੂੰ ਇਸ ਮੈਦਾਨ ਦੇ ਵਿੱਚ ਟਿਕਟ ਨਹੀਂ ਦਿੱਤਾ। ਹੁਣ ਉਸ ਦੇ ਪਿੱਛੇ ਕਈ ਕਾਰਨ ਨੇ। ਕੁਝ ਕਾਰਨ ਤਕਨੀਕੀ ਪੱਧਰ ਤੇ ਸੀ, ਕਈ ਪਲੇਅਰਸ ਨੇ, ਕਈ ਕਾਰਪੋਰੇਟ ਘਰਾਣਿਆਂ ਨੇ, ਬਿਜ਼ਨਸ ਜਿਹੜੇ ਮੈਨ ਹੈਗੇ ਨੇ, ਉਹਨਾਂ ਨੇ ਇਸ ਪੂਰੇ ਦੇ ਪੂਰੇ ਧੰਦੇ ਵਿੱਚ ਆਉਣ ਦੀ ਕੋਸ਼ਿਸ਼ ਕੀਤੀ, ਲੇਕਿਨ ਕਦੇ ਉਹਨਾਂ ਨੂੰ ਤਕਨੀਕੀ ਪੱਧਰ ਤੇ ਮਾਰ ਪਈ ਤੇ ਕਦੇ ਫਿਰ ਬਾਅਦ ਦੇ ਵਿੱਚ ਰੈਗੂਲੇਸ਼ਨ ਪੱਖੋਂ ਜਾਂ ਫਿਰ ਪੰਜਾਬ ਸਰਕਾਰ ਦਾ ਜਿਹੜਾ ਥਾਪੜਾ ਇਸ ਕੰਪਨੀ ਨੂੰ ਹਮੇਸ਼ਾ ਰਿਹਾ ਪਿਛਲੇ ਖਾਤਿਓਂ, ਉਸ ਦਾ ਜਿਹੜਾ ਐਡਵਾਂਟੇਜ ਸੀ ਉਹਨਾਂ ਨੂੰ ਕਦੇ ਵੀ ਮਿਲ ਨਹੀਂ ਪਾਇਆ। ਕਿਉਂਕਿ ਕੇਬਲ ਆਪਰੇਟਰ ਦਾ ਜਿਹੜਾ ਇੱਕ ਬਿਜ਼ਨਸ ਹੈ ਉਸ ਦੇ ਵਿੱਚ ਦਬੰਗਈ ਵੀ ਚਾਹੀਦੀ ਹੈ, ਉਸ ਦੇ ਵਿੱਚ ਇਸ ਤਰੀਕੇ ਦਾ ਰੋਬ ਚਾਹੀਦਾ ਹੈ, ਉਸ ਦੇ ਵਿੱਚ ਇਸ ਤਰੀਕੇ ਦੀ ਹਿੰਮਤ ਤੇ ਹਿਮਾਕਤ ਚਾਹੀਦੀ ਹੈ ਜਿਸ ਤਹਿਤ ਕਿ ਤੁਸੀਂ ਹਰ ਕਿਸਮ ਦੇ ਅਨਸਰ ਦੇ ਨਾਲ ਡੀਲ ਕਰ ਸਕੋ। ਲੇਕਿਨ ਉਹ ਸਾਰੇ ਦੇ ਸਾਰੇ ਐਲੀਮੈਂਟ ਜਿਹੜੇ ਸਨ ਉਹਨਾਂ ਨੂੰ ਕਾਫੀ ਹੱਦ ਤੱਕ ਇਸ ਕੰਪਨੀ ਨੇ, ਇਸ MSO ਨੇ ਸਬਡਿਊ ਕਰ ਲਿਆ। ਲੇਕਿਨ ਕੁਝ ਐਸੀਆਂ ਪਾਕਟਸ ਬਚੀਆਂ ਜਿੱਥੇ ਕਿ ਅਜੇ ਵੀ ਇੰਡੀਵਿਜੂਅਲ ਆਪਰੇਟਰਸ ਹੀ ਹਾਵੀ ਰਹੇ, ਯਾਨੀ ਕਿ ਉਹ ਇਸ ਕੰਪਨੀ ਦੇ ਦਬਾਅ ਹੇਠ ਨਹੀਂ ਆਏ। ਕਈ ਇਹਨਾਂ 'ਚ ਬਹੁਤ ਸਟਰੋਂਗ ਨੈਟਵਰਕ ਸਨ, ਰਾਜਪੁਰੇ ਜਾਂ ਕੁਝ ਹੋਰ ਅੰਮ੍ਰਿਤਸਰ ਦੇ ਇਲਾਕਿਆਂ ਦੇ ਵਿੱਚ ਬਹੁਤ ਸਟਰੋਂਗ ਨੈਟਵਰਕ ਅਜਿਹੇ ਸਨ ਜੋ ਕਿ MSO ਫਾਸਟਵੇ ਦੇ ਉਸ ਤਰੀਕੇ ਦੇ ਦਬਾਅ ਦੇ ਵਿੱਚ ਨਹੀਂ ਆਏ। ਉਹਨਾਂ ਨੇ ਆਪਣਾ ਕੰਮ ਕੀਤਾ, ਲੇਕਿਨ 90% ਤੋਂ ਉੱਤੇ ਦੀ ਜਿਹੜੀ ਮੋਨੋਪੋਲੀ ਸੀ ਉਹ ਫਾਸਟਵੇ ਦੀ ਹੀ ਰਹੀ। ਤੇ ਆਉਣ ਵਾਲੇ ਕਈ ਸਾਲ 2017 ਤੇ ਉਸ ਤੋਂ ਬਾਅਦ ਦੇ ਵੀ 4.5 ਸਾਲਾਂ ਤੱਕ ਬਤੌਰ MSO ਕੋਈ ਵੀ ਚੈਲੰਜਰ ਜਿਹੜਾ ਸੀ ਉਹ ਫਾਸਟਵੇ ਦਾ ਖੜਾ ਨਹੀਂ ਹੋ ਪਾਇਆ। ਹੁਣ ਇੱਥੇ ਸਮਝਣ ਵਾਲੀ ਗੱਲ ਹੈ ਵੀ ਇੱਕ ਪਾਸੇ ਤਾਂ ਇਸ ਪੂਰੀ ਦੀ ਪੂਰੀ ਕੰਪਨੀ ਜਿਸ ਦੇ ਵਿੱਚ ਕੀ ਖੁਦ ਦੀ ਹਿੱਸੇਦਾਰੀ ਦੱਸੀ ਜਾਂਦੀ ਹੈ ਅਕਾਲੀ ਦਲ ਦੀ ਲੀਡਰਸ਼ਿਪ ਦੀ, ਉਹਨਾਂ ਦੇ ਕਈ ਲੀਡਰਾਂ ਵੱਲੋਂ ਨਾ ਸਿਰਫ ਇਸ ਕੰਪਨੀ ਜਿਹੜੀ ਕਿ ਬੇਸ ਕੰਪਨੀ ਸੀ ਉਸ ਦੇ ਵਿੱਚ ਉਹਨਾਂ ਦੇ ਸਟੇਕ ਸਨ, ਬਲਕਿ ਇਸ ਤੋਂ ਇਲਾਵਾ ਜਿਹੜੇ ਇੰਡੀਵਿਜੂਅਲ ਲੈਵਲ ਤੇ ਜਿਹੜੇ ਕੇਬਲ ਆਪਰੇਟਰ ਸਨ ਉਹਨਾਂ ਦੇ ਨਾਲ ਵੀ ਸਥਾਨਕ ਲੈਵਲ ਦੇ ਅਕਾਲੀ ਲੀਡਰਾਂ ਵੱਲੋਂ ਆਪਣੀ ਹਿੱਸਾਪੱਤੀ ਪਾਲੀ ਗਈ ਸੀ। 2015 ਮਾਰਚ ਦੇ ਆਖਰੀ ਹਫਤੇ ਦੇ ਵਿੱਚ ਇੱਕ ਘਟਨਾ ਹੁੰਦੀ ਹੈ ਜਦੋਂ ਕਿ TDSAT ਹੁੰਦੀ ਹੈ, ਜੋ ਕਿ ਟੈਲੀਕਾਮ ਡਿਸਪਿਊਟਸ ਰਿਡਰੈਸਲ ਜਿਹੜਾ ਟ੍ਰਿਬਿਊਨਲ ਹੁੰਦਾ ਹੈ, ਉਸ ਦੀ ਇੱਕ ਪਬਲਿਕ ਹੀਅਰਿੰਗ ਦੇ ਦੌਰਾਨ ਇੱਕ ਕੇਬਲ ਆਪਰੇਟਰ ਜੋ ਕਿ ਜਸਵਿੰਦਰ ਸਿੰਘ ਜੱਸੀ ਜਿਸ ਦਾ ਨਾਮ ਦੱਸਿਆ ਜਾਂਦਾ ਸੀ, ਉਸ ਵੱਲੋਂ ਮਾਰਚ ਦੇ ਆਖਰੀ ਹਫਤੇ ਦੇ ਵਿੱਚ ਇਸ ਹੀਅਰਿੰਗ ਦੇ ਦੌਰਾਨ ਜੋ ਕਿ ਇੱਕ ਹੋਟਲ ਦੇ ਵਿੱਚ ਹੋ ਰਹੀ ਸੀ, ਜਿਸ ਵਿੱਚ ਕਿ ਹਾਈ ਕੋਰਟ ਅਤੇ ਸੁਪਰੀਮ ਕੋਰਟ ਦੇ ਜੱਜ ਸਨ। ਆਫਤਾਬ ਆਲਮ ਉਸ ਵਕਤ TDSAT ਦੇ ਚੇਅਰਮੈਨ ਹੁੰਦੇ ਸਨ, ਜਸਟਿਸ ਆਦਰਸ਼ ਕੁਮਾਰ ਗੋਇਲ, ਜਸਟਿਸ ਮਿੱਤਲ, ਇਹ ਸਾਰੇ ਸਨ। ਉਸ ਹੀਅਰਿੰਗ ਦੇ ਵਿੱਚ ਆਪਣੀ ਪਰੇਸ਼ਾਨੀ ਲੈ ਕੇ ਇਸ ਮੋਨੋਪੋਲੀ ਦੇ ਖਿਲਾਫ, ਏਕਾਧਿਕਾਰ ਦੇ ਖਿਲਾਫ ਜਦੋਂ ਇਸ ਕੇਬਲ ਆਪਰੇਟਰ ਨੇ ਆਵਾਜ਼ ਚੁੱਕੀ, ਉਸ ਦੀ ਆਵਾਜ਼ ਨੂੰ ਕਿਸੇ ਨੇ ਨਹੀਂ ਸੁਣਿਆ। ਉਸ ਤੋਂ ਬਾਅਦ ਉਸਨੇ ਆਪਣੇ ਜਿਹੜੇ ਸੁਸਾਈਡ ਨੋਟ ਉਹ ਲੈ ਕੇ ਆਇਆ ਸੀ, ਉਸਨੇ ਸੁਸਾਈਡ ਨੋਟ ਜੱਜਾਂ ਦੇ ਸਾਹਮਣੇ ਉਸ ਮੀਟਿੰਗ ਦੇ ਵਿੱਚ ਸਿੱਟੇ ਤੇ ਉਸ ਤੋਂ ਬਾਅਦ ਪੈਸਟੀਸਾਈਡ ਦੀ ਬੋਤਲ ਜਾਂ ਸ਼ੀਸ਼ੀ ਦੇ ਵਿੱਚੋਂ ਪੈਸਟੀਸਾਈਡ ਪੀ ਲਿਆ। ਉਸ ਤੋਂ 2 ਦਿਨ ਬਾਅਦ ਇਸ ਕੇਬਲ ਆਪਰੇਟਰ ਜਸਵਿੰਦਰ ਜੱਸੀ ਦੀ ਮੌਤ ਹੋ ਜਾਂਦੀ ਹੈ। ਇਸ ਸੁਸਾਈਡ ਨੋਟ ਦੇ ਵਿੱਚ ਇसी ਏਕਾਧਿਕਾਰ ਨੂੰ, ਇਸ ਮੋਨੋਪੋਲੀ ਨੂੰ ਤੇ ਕੁਝ ਸਥਾਨਕ ਅੰਮ੍ਰਿਤਸਰ ਦੇ ਜਿਹੜੇ ਕੇਬਲ ਆਪਰੇਟਰ ਸਨ, ਇੱਕ ਬਹੁਤ ਹੀ ਪ੍ਰਭਾਵਸ਼ਾਲੀ ਕੇਬਲ ਆਪਰੇਟਰ ਤੇ ਕੁਝ ਅਕਾਲੀ ਲੀਡਰਾਂ ਵੱਲੋਂ ਉਸ ਦੇ ਬਿਜ਼ਨਸ ਕੰਮ ਧੰਦੇ ਨੂੰ ਚੌਪਟ ਕਰਨ ਦਾ ਇਲਜ਼ਾਮ ਲਗਾ ਕੇ ਜਸਵਿੰਦਰ ਜੱਸੀ ਖੁਦਕੁਸ਼ੀ ਕਰ ਲੈਂਦਾ ਹੈ ਸੁਪਰੀਮ ਕੋਰਟ ਤੇ ਹਾਈ ਕੋਰਟ ਦੇ ਜੱਜਾਂ ਦੀ ਹਾਜ਼ਰੀ ਦੇ ਵਿੱਚ। ਲੇਕਿਨ ਉਸ ਤੋਂ ਬਾਅਦ ਵੀ ਇਸ ਕੇਸ ਦੇ ਵਿੱਚ ਕੁਝ ਲੰਮਾ ਚੌੜਾ ਹੋ ਨਹੀਂ ਪਾਇਆ।
ਸੋ ਹਾਲਾਤ ਉਹ ਆ ਚੁੱਕੇ ਸਨ ਵੀ ਕਈ ਕੇਬਲ ਆਪਰੇਟਰਾਂ ਦੇ ਕੰਮ ਧੰਦੇ ਬੰਦ ਹੋ ਗਏ ਤੇ ਜਿਹੜੇ ਨਹੀਂ ਚੁੱਕੇ ਇਸ ਕੰਪਨੀ ਜਾਂ ਉਸ ਦਬਾਅ ਦੇ ਸਾਹਮਣੇ, ਜਿਸ ਦੇ ਪਿੱਛੇ ਡਾਇਰੈਕਟ ਤੌਰ ਤੇ ਸਰਕਾਰ ਦੀ ਹੱਲਾਸ਼ੇਰੀ ਸੀ, ਜਿਸ ਪਿੱਛੇ ਕਿ ਪੂਰੇ ਦੇ ਪੂਰੇ ਪ੍ਰਸ਼ਾਸਨ ਤੇ ਤੰਤਰ ਨੂੰ ਇਹ ਹੁਕਮ ਦਿੱਤੇ ਗਏ ਸਨ ਵੀ ਇਸ ਕੰਪਨੀ ਦੇ ਆਪਰੇਸ਼ਨ ਜਾਂ ਇਹਦਾ ਜਿਹੜਾ ਨੈਟਵਰਕ ਫੈਲਾਇਆ ਜਾ ਰਿਹਾ ਹੈ ਉਸ ਦੇ ਵਿੱਚ ਕੋਈ ਵੀ ਨਾ ਨੁੱਕਰ ਕਰੇ ਤਾਂ ਉਸ ਦੇ ਉੱਤੇ ਪਰਚੇ ਫਿੱਟ ਕਰਤੇ ਜਾਣ ਜਾਂ ਉਸ ਦੇ ਉੱਤੇ ਕੋਈ ਵੀ ਕੇਸ ਬਣਾਤਾ ਜਾਵੇ, ਉਸ ਨੂੰ ਇਸ ਤਰੀਕੇ ਨਾਲ ਦਬਾ ਲਿਆ ਜਾਵੇ। ਸੋ ਇਸ ਦੀ ਇੱਕ ਚਰਮ ਉਸ ਵਕਤ ਵੇਖਿਆ ਗਿਆ ਜਦੋਂ ਇਸ ਕੇਬਲ ਆਪਰੇਟਰ ਨੇ ਖੁਦਕੁਸ਼ੀ ਕੀਤੀ। ਇਸ ਤੋਂ ਪਹਿਲਾਂ ਵੀ ਕਈ ਕੇਬਲ ਆਪਰੇਟਰ ਹੋ ਹੱਲਾ ਪਾਉਂਦੇ ਰਹੇ, ਸ਼ਿਕਾਇਤਾਂ ਕਰਦੇ ਰਹੇ, ਪ੍ਰੈਸ ਕਾਨਫਰੰਸਾਂ ਹੁੰਦੀਆਂ ਰਹੀਆਂ, ਲੇਕਿਨ ਕੋਈ ਵੀ ਸੁਣਵਾਈ ਨਾ ਤਾਂ ਉਸ ਵਕਤ ਅਕਾਲੀ ਸਰਕਾਰ ਦੇ ਵਿੱਚ ਹੋ ਪਾਈ ਤੇ ਨਾ ਹੀ ਉਸ ਤੋਂ ਬਾਅਦ ਦੀ 4.5 ਸਾਲ ਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਵਿੱਚ। ਇੱਥੇ ਹੁਣ ਥੋੜਾ ਜਿਹਾ ਇਹ ਸਮਝਾ ਦਈਏ ਵੀ ਆਖਿਰ ਕੇਬਲ ਮਾਫੀਆ ਆਪਾਂ ਬਹੁਤ ਗੱਲਾਂ ਕਰ ਰਹੇ ਹਾਂ, ਮੋਟੀ ਗੱਲ ਸਮਝਾ ਦਈਏ ਵੀ ਇਸ ਦੇ ਵਿੱਚ ਸਿਸਟਮ ਆਪਰੇਟ ਕਿਵੇਂ ਕਰਦਾ ਹੈ। ਇੱਕ ਕੇਬਲ ਆਪਰੇਟਰ ਦਾ ਜਿਹੜਾ ਰੈਵਨਿਊ ਜੋ ਕਿ ਇੱਕ ਘਰ ਤੋਂ ਯਾਨੀ ਕਿ ਇੱਕ ਹਾਊਸ ਹੋਲਡ ਤੋਂ ਨਿਕਲਣਾ ਹੁੰਦਾ ਹੈ, ਅੱਜ ਦੀ ਤਰੀਕ ਦੇ ਵਿੱਚ ਫਾਸਟਵੇ ਦਾ ਇੱਕ HD ਦਾ ਪੈਕ ਹੈ ਤਕਰੀਬਨ 350 ਰੁਪਏ ਦਾ ਹੈ, ਜਿਸ ਵਿੱਚ ਕਿ ਨੈਟਵਰਕ ਕੈਪੈਸਿਟੀ ਫੀਸ, ਜਿਸ ਨੂੰ ਕਿ ਅਲੱਗ-ਅਲੱਗ ਚੈਨਲਾਂ ਨੂੰ ਕੈਰੀ ਕਰਨ ਦੀ ਇੱਕ ਫੀਸ ਹੁੰਦੀ ਹੈ ਜੋ ਕਿ ਸਰਕਾਰ ਵੱਲੋਂ, ਕੇਂਦਰ ਸਰਕਾਰ ਵੱਲੋਂ 130 ਰੁਪਏ ਦਾ ਇੱਕ ਬੇਸ ਮਿਨੀਮਮ ਰੇਟ ਘੋਸ਼ਿਤ ਹੈ। 130 ਰੁਪਏ ਤੋਂ ਉੱਤੇ ਕੇਬਲ ਆਪਰੇਟਰ ਜਾਂ MSO ਜਿਹੜਾ ਹੁੰਦਾ ਹੈ, ਇਸ ਕੇਸ ਦੇ ਵਿੱਚ MSO ਮਾਨੇ ਕਿ ਫਾਸਟਵੇ ਜਾਂ ਕੋਈ ਵੀ ਅਜਿਹਾ ਇਨ ਕੇਬਲ ਜਾਂ ਹੋਰ ਵੀ ਬਹੁਤ ਸੇ MSO ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਆਪਰੇਟ ਕਰ ਰਹੇ ਨੇ। ਸੋ ਪੰਜਾਬ ਦਾ ਇਹ ਮੇਨ MSO ਜਿਹੜਾ ਹੈ ਉਸ ਵੱਲੋਂ 130 ਰੁਪਏ ਤੋਂ ਉੱਤੇ ਕੋਈ ਵੀ ਅਮਾਉਂਟ ਲਿਆ ਜਾ ਸਕਦਾ ਹੈ, ਵਸੂਲ ਕੀਤਾ ਜਾ ਸਕਦਾ ਹੈ। ਸੋ ਉਸ ਤਹਿਤ 130 ਰੁਪਏ ਤਾਂ ਕੇਂਦਰ ਸਰਕਾਰ ਵੱਲੋਂ ਇਜਾਜ਼ਤ ਦਿੱਤੀ ਗਈ ਹੈ, ਲੇਕਿਨ ਤਕਰੀਬਨ 40 ਜਾਂ 50 ਰੁਪਏ, ਕਈ ਕੇਸਿਸ ਦੇ ਵਿੱਚ 60 ਰੁਪਏ ਤੱਕ ਵੀ ਐਡੀਸ਼ਨਲ ਵਸੂਲੇ ਜਾਂਦੇ ਨੇ। 130 ਰੁਪਏ ਜਿਹੜਾ ਅਮਾਉਂਟ ਹੁੰਦਾ ਹੈ ਉਹ ਕੇਬਲ ਆਪਰੇਟਰ ਕੋਲ ਜਾਂਦਾ ਹੈ ਤੇ ਬਾਕੀ ਦਾ ਜਿਹੜਾ ਅਮਾਉਂਟ ਹੈ ਉਹ MSO ਨੂੰ ਜਾਂਦਾ ਹੈ। ਹੁਣ ਇੱਥੇ ਤੱਕ ਇਸ ਬਿਜ਼ਨਸ ਦੇ ਵਿੱਚ ਕੋਈ ਵੀ ਕਮੀ ਖਾਮੀ ਨਹੀਂ ਹੈ, ਕਿਉਂਕਿ MSO ਦੇ ਆਪਣੇ ਖਰਚੇ ਨੇ, ਉਸਨੇ ਟੈਕਨੋਲੋਜੀ ਦੇ ਵਿੱਚ, ਉਸਦੇ ਆਪਰੇਸ਼ਨ, ਸਰਵਿਸਿੰਗ, ਮੇਨਟੇਨੈਂਸ ਦੇ ਵਿੱਚ ਬੜਾ ਲੰਬਾ ਚੌੜਾ ਸਿਸਟਮ ਤਾਮਝਾਮ ਖੜਾ ਕਰ ਰੱਖਿਆ। ਸੋ ਉਸਨੇ ਆਪਣੇ ਖਰਚੇ ਕੱਢਣੇ ਨੇ। ਸੋ ਇਹ ਦੋਨਾਂ ਦਾ ਜਿਹੜਾ ਹਿੱਸਾ ਪੱਤੀ ਹੁੰਦਾ ਹੈ, ਕੇਬਲ ਆਪਰੇਟਰ ਨੇ ਵੀ ਆਪਣਾ ਪੂਰਾ ਦਾ ਪੂਰਾ ਕੰਮ ਕਰਨਾ ਹੁੰਦਾ ਹੈ। ਸੋ ਉਸ ਨੂੰ ਇੱਕ ਅਮਾਉਂਟ ਜਾਂਦਾ ਹੈ ਤੇ MSO ਦੋਵਾਂ ਦੇ ਵਿੱਚ ਤਕਰੀਬਨ 150 ਤੋਂ ਲੈ ਕੇ 200 ਦੇ ਰੁਪਏ ਦੇ ਵਿੱਚ ਦਾ ਇੱਕ ਵੇਰੀਏਬਲ ਹੁੰਦਾ ਜੋ ਕਿ ਪੰਜਾਬ ਦੇ ਵਿੱਚ ਚਾਰਜ ਕੀਤਾ ਜਾਂਦਾ ਹੈ। ਤੇ ਇਸ ਤੋਂ ਉੱਤੇ ਦੀ ਜਿਹੜੀ ਵੀ ਕੀਮਤ ਹੁੰਦੀ ਹੈ ਉਹ ਚੈਨਲ ਦਾ ਉਹ ਸਬਸਕ੍ਰਿਪਸ਼ਨ ਰੈਵਨਿਊ ਹੁੰਦਾ ਜੋ ਕਿ ਚੈਨਲਾਂ ਨੂੰ ਜਾਣਾ ਹੁੰਦਾ, ਯਾਨੀ ਕਿ ਤੁਸੀਂ ਕਿੰਨੇ ਚੈਨਲ ਸਬਸਕ੍ਰਾਈਬ ਕਰਦੇ ਹੋ, ਕਿਹੜੇ ਪੈਕਸ ਲੈਂਦੇ ਹੋ, ਮਹਿੰਗੇ ਚੈਨਲ ਲੈਂਦੇ ਹੋ, HD ਚੈਨਲ ਲੈਂਦੇ ਹੋ। ਸੋ ਇੱਕ HD ਚੈਨਲ ਤਕਰੀਬਨ 350 ਦਾ ਹੈ। ਸੋ ਆਪਾਂ ਮੋਟਾ ਲਗਾ ਕੇ ਚੱਲੀਏ ਵੀ ਇੱਕ ਪੰਜਾਬ ਦਾ ਜਿਹੜਾ ਹਾਊਸ ਹੋਲਡ ਹੈ ਤਕਰੀਬਨ 150 ਤੋਂ 200 ਰੁਪਏ ਜਿਹੜਾ ਹੈ ਉਹ ਚੈਨਲਸ ਨੂੰ ਸਬਸਕ੍ਰਿਪਸ਼ਨ ਫੀਸ ਦੇ ਰੂਪ ਵਿੱਚ ਦਿੰਦਾ ਹੈ ਤੇ 150 ਤੇ 200 ਦੇ ਆਸ-ਪਾਸ ਹੀ ਜਿਹੜਾ ਅਮਾਉਂਟ ਹੈ ਉਸ ਵੱਲੋਂ ਇਹ ਕੇਬਲ ਆਪਰੇਟਰ ਤੇ MSO ਦੇ ਵਿੱਚ ਸਾਂਝਾ ਸ਼ੇਅਰ ਕੀਤਾ ਜਾਂਦਾ ਹੈ। ਹੁਣ ਪੰਜਾਬ ਦੇ ਵਿੱਚ ਤਕਰੀਬਨ 25 ਲੱਖ ਤੋਂ ਵੱਧ ਅਜਿਹੇ ਹਾਊਸ ਹੋਲਡ ਹੈਗੇ ਨੇ ਜਿੱਥੇ ਕਿ ਕੇਬਲ, ਡਿਜੀਟਲ ਕੇਬਲ ਜੋ ਕਿ ਇਸ ਤਰੀਕੇ ਦੇ MSOs ਜਾਂ ਕੇਬਲ ਆਪਰੇਟਰ ਦੇ ਜ਼ਰੀਏ ਪਹੁੰਚਦੀ ਹੈ। ਇਸ ਤੋਂ ਇਲਾਵਾ ਹੋਰ DTH ਪਲੇਟਫਾਰਮਸ ਹੈਗੇ ਨੇ, ਲੇਕਿਨ 25 ਲੱਖ ਹਾਊਸ ਹੋਲਡ ਦਾ ਪਰ ਹਾਊਸ ਹੋਲਡ ਤਕਰੀਬਨ 150 ਤੋਂ ਸ਼ੁਰੂ ਹੋ ਜਾਈਏ, ਡਿਪੈਂਡਿੰਗ ਅਪਨ ਦਾ ਪੈਕ 350-400 ਰੁਪਏ ਤੱਕ ਉਹਨਾਂ ਨੂੰ ਇਸ ਦੀ ਅਦਾਇਗੀ ਕਰਨੀ ਪੈਂਦੀ ਹੈ, ਜਿਸ ਵਿੱਚੋਂ ਜ਼ਿਆਦਾਤਰ ਜਿਹੜਾ ਹਿੱਸਾ ਹੈ ਉਹ ਸ਼ੇਅਰ ਹੋ ਜਾਂਦਾ ਹੈ ਆਪਸ ਦੇ ਵਿੱਚ ਚੈਨਲਾਂ ਦੀ ਸਬਸਕ੍ਰਿਪਸ਼ਨ ਤੇ ਕੇਬਲ ਆਪਰੇਟਰ ਅਤੇ MSO ਦੇ ਵਿੱਚ। ਲੇਕਿਨ ਇਸ ਤੋਂ ਅਗਲੀ ਜਿਹੜੀ ਕਹਾਣੀ ਹੈ ਉਹ ਇਹ ਹੈ ਵੀ ਚੈਨਲਾਂ ਨੂੰ ਜਾਣ ਵਾਲੀ ਜਿਹੜੀ ਸਬਸਕ੍ਰਿਪਸ਼ਨ ਹੈ ਉਸ ਦੇ ਵਿੱਚ ਵੀ ਥੋੜੀ ਬਹੁਤ ਹੇਰਾਫੇਰੀ ਹੁੰਦੀ ਹੈ, ਕਿਉਂਕਿ ਚੈਨਲਸ ਪੂਰੇ ਦੇ ਪੂਰੇ ਮੁਕੰਮਲ ਤੌਰ ਤੇ ਕੇਬਲ ਆਪਰੇਟਰ ਦੇ ਉੱਤੇ ਨਿਰਭਰ ਕਰਦੇ ਨੇ। ਦੇਸ਼ ਦੇ ਵਿੱਚ ਅਜਿਹਾ ਕੋਈ ਵੀ ਹੋਰ ਸੂਬਾ ਨਹੀਂ ਜਿੱਥੇ ਮੋਨੋਪੋਲੀ ਏਕਾਧਿਕਾਰ ਦਾ ਲੈਵਲ ਇਸ ਪੱਧਰ ਦਾ ਹੈ, ਯਾਨੀ ਕਿ ਪੰਜਾਬ ਦੇ ਵਿੱਚ ਜੋ ਮੋਨੋਪੋਲੀ ਇੱਕ ਪਾਰਟਿਕੂਲਰ ਆਪਰੇਟਰ ਦੀ MSO ਦੀ ਹੈ, ਫਾਸਟਵੇ ਦੀ ਹੈ, ਉਹ ਦੇਸ਼ ਦੇ ਵਿੱਚ ਅਜਿਹਾ ਮਾਡਲ ਕਿਸੇ ਵੀ ਹੋਰ ਸੂਬੇ ਵਿੱਚ ਦੇਖਣ ਨੂੰ ਨਹੀਂ ਮਿਲਦਾ। ਹਰਿਆਣਾ, ਹਿਮਾਚਲ, ਦਿੱਲੀ, ਦੁਨੀਆ ਦੇਸ਼ ਦੇ ਕਿਸੇ ਵੀ ਹਰਿਆਣਾ, ਹਿਮਾਚਲ, ਦਿੱਲੀ, ਗੁਜਰਾਤ, ਆਪਾਂ ਕਿਸੇ ਵੀ ਸਟੇਟ ਵਿੱਚ ਚਲੇ ਜਾਈਏ ਉੱਥੇ ਇਸ ਤਰੀਕੇ ਦੀ ਮੋਨੋਪੋਲੀ ਵੇਖਣ ਵਿੱਚ ਨਹੀਂ ਮਿਲਦੀ, ਕਿਉਂਕਿ ਪੰਜਾਬ ਦੇ ਵਿੱਚ ਇੱਕ ਕਲਚਰ ਜਿਹੜਾ ਹੈ ਬੀਤੇ ਤਕਰੀਬਨ 14-15 ਸਾਲਾਂ ਤੋਂ ਖੂਬ ਫਲਿਆ ਫੁੱਲਿਆ ਹੈ ਤੇ ਆਪਣੇ ਆਪ ਨੂੰ ਟੈਕਨੋਲੋਜੀਕਲੀ ਇਨਵੈਸਟ ਕਰਨ ਦੇ ਨਾਲ ਆਪਣੇ ਆਪ ਨੂੰ ਬਹੁਤ ਹੀ ਮਜ਼ਬੂਤ ਇਸ MSO ਵੱਲੋਂ ਬਣਾ ਲਿਆ ਗਿਆ ਹੈ। ਲੇਕਿਨ ਕਿਉਂਕਿ ਚੈਨਲ ਇਸ ਕੇਬਲ ਆਪਰੇਟਰ ਜਾਂ MSO ਦੇ ਆਪਰੇਸ਼ਨ ਤੇ ਮੁਕੰਮਲ ਤੌਰ ਤੇ ਨਿਰਭਰ ਕਰਦੇ ਨੇ, ਉਹਨਾਂ ਕੋਲ ਹੋਰ ਕੋਈ ਆਪਸ਼ਨ ਨਹੀਂ ਹੁੰਦੀ। ਇਸ ਸਥਿਤੀ ਦੇ ਵਿੱਚ ਪਿਕਚਰ ਦੇ ਵਿੱਚ ਆਂਦੀ ਹੈ ਇੱਕ ਹੋਰ ਫੀਸ ਜਿਸ ਨੂੰ ਕਿਹਾ ਜਾਂਦਾ ਹੈ ਕੈਰੇਜ ਫੀਸ। ਹਾਲਾਂਕਿ ਇਸ ਕੈਰੇਜ ਫੀਸ ਦਾ ਕੋਈ ਜ਼ਿਆਦਾ ਲੰਮਾ ਚੌੜਾ ਕਾਨੂੰਨੀ ਜਿਹੜਾ ਕਹਿੰਦਾ ਬੇਸ ਨਹੀਂ ਹੈ, ਇਸ ਦਾ ਕੋਈ ਕਾਨੂੰਨੀ ਆਧਾਰ ਨਹੀਂ ਹੈ, ਲੇਕਿਨ ਫਿਰ ਵੀ ਭਾਰਤ ਸਰਕਾਰ ਨੇ ਇੱਕ ਹਾਊਸ ਹੋਲਡ ਯਾਨੀ ਕਿ ਇੱਕ ਕੇਬਲ ਕਨੈਕਸ਼ਨ ਜਿਹੜਾ ਹੈ ਉਸ ਉੱਤੇ 98 ਯਾਨੀ ਕਿ 50 ਪੈਸੇ ਦੀ ਕੈਰੇਜ ਫੀ ਵਸੂਲਣ ਦਾ ਇੱਕ ਪੈਮਾਨਾ ਤੈਅ ਕਰ ਰੱਖਿਆ ਹੈ। ਸੋ ਉਸ ਹਿਸਾਬ ਨਾਲ ਜੇ ਆਪਾਂ ਗੱਲ ਕਰੀਏ ਤਾਂ ਇੱਕ ਚੈਨਲ ਤੋਂ ਇੱਕ ਕੇਬਲ ਆਪਰੇਟਰ ਜਾਂ MSO ਜਿਹੜਾ ਹੈ ਉਹ 98 ਜਿਹੜੀ ਵਸੂਲ ਕਰ ਸਕਦਾ ਤੇ ਪੰਜਾਬ ਦੇ ਵਿੱਚ ਜੇ ਆਪਾਂ 25 ਦੇ 30 ਲੱਖ ਜਾਂ 40 ਲੱਖ ਵੀ ਆਪਾਂ ਹਾਊਸ ਹੋਲਡ ਲਗਾ ਲਈਏ ਤਾਂ 20 ਲੱਖ ਰੁਪਏ ਤੋਂ ਜ਼ਿਆਦਾ ਕੈਰੇਜ ਫੀ ਇੱਕ ਚੈਨਲ ਤੋਂ ਵਸੂਲੀ ਨਹੀਂ ਜਾ ਸਕਦੀ। ਲੇਕਿਨ ਤੁਸੀਂ ਜਾਣ ਕੇ ਹੈਰਾਨ ਹੋਵੋਗੇ ਵੀ ਪੰਜਾਬ ਦੇ ਵਿੱਚ ਇੱਕ ਜਿਹੜਾ ਮਿਊਜ਼ਿਕ ਚੈਨਲ ਹੈ
ਉਸ ਨੂੰ ਕੈਰੇਜ ਫੀ 2 ਤੋਂ ਲੈ ਕੇ 2.5 ਕਰੋੜ ਰੁਪਇਆ ਸਾਲਾਨਾ ਦੇਣੀ ਪੈਂਦੀ ਹੈ, ਯਾਨੀ ਕਿ ਐਨੂਅਲ ਉਸ ਨੂੰ 2.5 ਕਰੋੜ 2 ਕਰੋੜ ਕੁਝ ਵੀ ਦੇਣਾ ਪੈ ਸਕਦਾ ਹੈ। ਉਹ ਵੀ ਬਹੁਤ ਆਸਾਨ ਕਰਕੇ ਹੀ ਉਸ ਉੱਤੇ ਇਹ ਜਿਹੜੀ ਉਸ ਦਾ ਸਿਗਨਲ ਹੈ ਜਿਹੜਾ ਉਸ ਨੂੰ ਚਾਲੂ ਕੀਤਾ ਜਾਂਦਾ ਹੈ। ਤੇ ਜਿਹੜਾ ਨਿਊਜ਼ ਚੈਨਲ ਹੈ ਪੰਜਾਬ ਦੇ ਵਿੱਚ, ਕੋਈ ਵੀ ਨਿਊਜ਼ ਚੈਨਲ ਜਿਹੜਾ ਕਿ ਨੈਸ਼ਨਲ ਤੋਂ ਲੈ ਕੇ ਜਿਹੜਾ ਰੀਜਨਲ ਚੈਨਲ, ਜਿਹੜੇ ਛੋਟੇ ਚੈਨਲ ਹੈਗੇ ਨੇ ਜੋ ਕਿ ਐਡੇ ਵੱਡੇ ਉਹਨਾਂ ਕੋਲ ਸੰਸਾਧਨ ਨਹੀਂ ਹੈਗੇ ਨੇ, ਸਰੋਤ ਨਹੀਂ ਹੈਗੇ ਨੇ, ਉਹਨਾਂ ਨੂੰ ਤਕਰੀਬਨ 3.5 ਤੋਂ ਲੈ ਕੇ 4 ਕਰੋੜ ਰੁਪਏ ਸਾਲਾਨਾ ਦੇਣਾ ਪੈਂਦਾ ਹੈ, ਯਾਨੀ ਕਿ ਤਕਰੀਬਨ 35-36 ਲੱਖ ਰੁਪਇਆ ਮਹੀਨੇ ਦੀ ਜਿਹੜੀ ਕੈਰੇਜ ਫੀ ਦੇਣੀ ਪੈਂਦੀ ਹੈ, ਜੋ ਕਿ ਇੱਕ ਚੈਨਲ ਨੂੰ 20-25 ਲੱਖ ਰੁਪਏ ਤੋਂ ਵੱਧ ਨਹੀਂ ਸਾਲਾਨਾ ਦੇਣ ਦੀ ਲੋੜ। ਤਕਰੀਬਨ 2 ਤੋਂ 2.5 ਲੱਖ ਰੁਪਇਆ ਇੱਕ ਮਹੀਨੇ ਦੀ ਕੈਰੇਜ ਫੀ ਇੱਕ ਚੈਨਲ ਦੀ ਦੇਣੀ ਬਣਦੀ ਹੈ ਜੇ ਆਪਾਂ ਭਾਰਤ ਸਰਕਾਰ ਦੇ ਪੈਮਾਨੇ ਤੇ ਜਾਈਏ। ਲੇਕਿਨ ਉਹ 2 ਤੋਂ 2.5 ਲੱਖ ਰੁਪਏ ਦੀ ਥਾਂ ਤੁਸੀਂ ਖੁਦ ਅੰਦਾਜ਼ਾ ਲਗਾਓ, ਉਸ ਨੂੰ ਜਿਹੜੀ ਕੈਰੇਜ ਫੀ ਦੇਣੀ ਪੈਂਦੀ ਹੈ ਉਹ ਤਕਰੀਬਨ 10 ਗੁਣਾ ਤੋਂ ਵੀ ਵੱਧ 25-25 30-30 ਲੱਖ ਰੁਪਏ ਦੇਣੀ ਪੈ ਰਹੀ ਹੈ। ਸੋ ਇਹ ਕੋਈ ਇਹਦੇ ਹਿਸਾਬ ਕਿਤਾਬ ਮੰਗਣ ਵਾਲਾ ਨਹੀਂ ਹੈ। ਸੋ ਤੁਸੀਂ ਹੁਣ ਇਮੇਜਿਨ ਕਰਕੇ ਚੱਲੋ ਵੀ ਕਿੰਨੇ ਚੈਨਲ ਪੰਜਾਬ ਦੇ ਵਿੱਚ ਚੱਲਦੇ ਨੇ, ਯਾਨੀ ਕਿ ਦੇਸ਼ ਦੇ ਵਿੱਚ ਚੱਲਦੇ ਨੇ, ਸੈਟੇਲਾਈਟ ਦੇ ਥਰੂ ਚੱਲਦੇ ਨੇ, ਤੇ ਉਹ ਸਾਰੇ ਦੇ ਸਾਰੇ ਇਸ ਪੰਜਾਬ ਦੀ ਮਾਰਕੀਟ ਦੇ ਵਿੱਚ ਇੱਕ ਹੀ MSO ਦੇ ਥਰੂ ਰੂਟ ਹੁੰਦੇ ਨੇ। ਸਾਲਾਨਾ ਦੀ ਜਿਹੜੀ ਕਮਾਈ ਜਾਂ ਰੈਵਨਿਊ ਜਿਹੜਾ ਸਮਝਿਆ ਜਾਂਦਾ ਹੈ ਉਹ ਤਕਰੀਬਨ 250 ਕਰੋੜ 250 ਤੋਂ 300 ਕਰੋੜ ਰੁਪਇਆ ਬਤੌਰ ਇੱਕ ਕੈਰੇਜ ਫੀ ਜਿਹੜਾ ਹੈ ਉਹ ਇਸ MSO ਵੱਲੋਂ ਵਸੂਲ ਕੀਤਾ ਜਾਂਦਾ ਹੈ। ਸੋ ਚੈਨਲਾਂ ਤੋਂ ਵਸੂਲੀ ਕੀਤੀ ਜਾ ਰਹੀ ਹੈ, ਤੁਸੀਂ ਸਮਝਦੇ ਹੋ ਇਹ ਵਸੂਲੀ ਹੋਗੀ ਚੈਨਲਾਂ ਤੋਂ, ਇੱਕ ਵਸੂਲੀ ਹੋਗੀ ਤੁਸੀਂ ਆਪਣੇ ਕਲਾਇੰਟਸ ਤੋਂ, ਕਸਟਮਰ ਤੋਂ, ਜਿਨ੍ਹਾਂ ਦੇ ਘਰੇ ਕੇਬਲ ਨੈਟਵਰਕ ਤੁਸੀਂ ਪਹੁੰਚਾ ਰਹੇ ਹੋ। ਸੋ ਦੋਵੇਂ ਪਾਸਿਓਂ ਇਨਕਮਿੰਗ ਹੈ, ਥੱਲੋਂ ਵੀ ਤੁਹਾਡੇ ਕੋਲ ਰੈਵਨਿਊ ਆ ਰਿਹਾ ਹੈ, ਜੋ ਕਿ ਠੀਕ ਹੈ, ਤੁਹਾਡੀਆਂ ਕੀਮਤਾਂ ਨੇ, ਕਾਸਟ ਨੇ, ਲੇਕਿਨ ਚੈਨਲਾਂ ਤੋਂ ਤੁਸੀਂ ਵਸੂਲ ਵੀ ਕਰ ਰਹੇ ਹੋ। ਤੇ ਉਸ ਤੋਂ ਬਾਅਦ ਜਿਹੜਾ ਚੈਨਲਾਂ ਦਾ ਸ਼ੇਅਰ ਹੁੰਦਾ ਸਬਸਕ੍ਰਿਪਸ਼ਨ ਮਨੀ ਦਾ, ਉਸ ਦੇ ਵਿੱਚ ਵੀ ਥੋੜੀ ਬਹੁਤ ਕਾਟ ਮਾਰ ਲਈ ਜਾਂਦੀ ਹੈ, ਤੇ ਉਸ ਦੇ ਵਿੱਚ ਜਿਹੜੀ ਥੋੜੀ ਬਹੁਤ ਕਾਟ ਦਾ ਮਤਲਬ ਵੀ ਕਈ ਕਰੋੜਾਂ ਦੇ ਵਿੱਚ ਆਉਂਦਾ ਹੈ। ਸੋ ਆਪਾਂ ਲਗਾ ਕੇ ਚੱਲ ਸਕਦੇ ਹਾਂ ਵੀ ਇਹ ਐਡੇ ਮੁਨਾਫੇ ਦਾ ਧੰਦਾ ਹੈ। ਤੇ ਜੇ ਸਾਲ ਦੇ ਮੈਂ 200 ਕਰੋੜ ਜਾਂ 250 ਕਰੋੜ ਦਾ ਇੱਕ ਬਹੁਤ ਹੰਬਲ, ਬਹੁਤ ਇੱਕ ਨਿਮਾਣਾ ਜਿਹਾ ਇੱਕ ਅਮਾਊਂਟ ਵੀ ਲੈ ਕੇ ਚੱਲਾਂ ਤਾਂ ਬੀਤੇ ਤਕਰੀਬਨ 12-15 ਸਾਲਾਂ ਦੇ ਵਿੱਚ ਤੁਸੀਂ ਅੰਦਾਜ਼ਾ ਲਗਾ ਕੇ ਚੱਲੋ ਵੀ ਕਿੰਨੇ ਹਜ਼ਾਰ ਕਰੋੜ ਦੀ ਜਿਹੜੀ ਬੈਨੀਫਿਟ ਹੈ ਜਾਂ 1000 ਕਰੋੜ ਦਾ ਵਾਧਾ ਜਿਹੜਾ ਹੈ ਉਹ ਹੋਇਆ ਹੈ ਸਿਰਫ ਕੈਰੇਜ ਫੀਸ ਦੇ ਨਾਂ ਉੱਤੇ। ਬਾਕੀ ਹੋਰ ਗੱਲਾਂ ਆਪਾਂ ਛੱਡ ਦਈਏ। ਹੁਣ ਸਵਾਲ ਇਹ ਪੈਦਾ ਹੁੰਦਾ ਵੀ ਇਹ ਮਾਫੀਆ ਜਾਂ ਕੇਬਲ ਮਾਫੀਆ, ਜਿਸ ਨੂੰ ਆਪਾਂ ਕੇਬਲ ਮਾਫੀਆ ਕਹਿੰਦੇ ਹਾਂ, ਹਾਲਾਂਕਿ ਕੰਪਨੀ ਨੂੰ ਇਤਰਾਜ਼ ਹੋ ਸਕਦਾ ਵੀ ਕੇਬਲ ਮਾਫੀਆ ਨਹੀਂ ਬਲਕਿ ਇੱਕ ਬਿਜ਼ਨਸ ਮਾਡਲ ਹੈ, ਤੇ ਉਹ ਬਿਜ਼ਨਸ ਮਾਡਲ ਦੇ ਤਹਿਤ ਅੱਜ ਤੱਕ ਉਸ ਨੂੰ ਕੋਈ ਕਾਨੂੰਨੀ ਚੁਣੌਤੀ ਨਾ ਤਾਂ ਦਿੱਤੀ ਜਾ ਸਕੀ ਤੇ ਨਾ ਹੀ ਕਿਸੇ ਅਦਾਲਤ ਵੱਲੋਂ ਉਸ ਨੂੰ ਸਥਾਪਿਤ ਕੀਤਾ ਜਾ ਸਕਿਆ। ਸੋ ਉਹਨਾਂ ਹਾਲਾਤਾਂ ਦੇ ਵਿੱਚ ਕੰਪਨੀ ਆਪਣਾ ਕੰਮ ਵਾਈਟ ਦੇ ਵਿੱਚ ਕਰ ਰਹੀ ਹੈ। ਸੋ ਇੱਕ ਮੋਨੋਪੋਲੀ ਜ਼ਰੂਰ ਹੈ, ਲੇਕਿਨ ਇਸ ਮੋਨੋਪੋਲੀ ਲਈ ਕੰਪਨੀ ਕਹਿੰਦੀ ਵੀ ਅਸੀਂ ਕਿਵੇਂ ਜ਼ਿੰਮੇਦਾਰ ਹਾਂ। ਤੇ ਸਵਾਲ ਇਹ ਵੀ ਬਣਦਾ ਹੈ ਵੀ 2017 ਤੋਂ ਬਾਅਦ ਤਾਂ ਅਕਾਲੀ ਦਲ ਦੀ ਸਰਕਾਰ ਪੰਜਾਬ ਦੇ ਵਿੱਚ ਨਹੀਂ ਸੀ। ਸੋ ਫਿਰ 4.5 ਸਾਲ ਕੈਪਟਨ ਅਮਰਿੰਦਰ ਸਿੰਘ, ਜੋ ਕਿ ਕੇਬਲ ਮਾਫੀਆ ਦੀ ਗੱਲ ਕਰਿਆ ਕਰਦੇ ਸਨ, ਚੋਣ ਕਮਿਸ਼ਨ ਕੋਲ ਉਹਨਾਂ ਵੱਲੋਂ ਕਈ ਸ਼ਿਕਾਇਤਾਂ 36 ਕਿਸਮ ਦੀਆਂ ਉਸ ਵਕਤ ਭੇਜੀਆਂ ਗਈਆਂ 2017 ਜਾਂ 2012 ਦੀਆਂ ਚੋਣਾਂ ਦੇ ਵਿੱਚ। ਇਸੀ ਕੇਬਲ ਮਾਫੀਆ ਦੀ ਗੱਲ ਕੀਤੀ ਗਈ, ਰੈਲੀਆਂ ਦੇ ਵਿੱਚ ਐਲਾਨ ਕੀਤੇ ਗਏ ਵੀ ਜਿਵੇਂ ਅੱਜ ਚਰਨਜੀਤ ਸਿੰਘ ਚੰਨੀ ਸਾਹਿਬ ਨੇ ਕੀਤਾ ਵੀ ਕੇਬਲ ਮਾਫੀਆ ਦਾ ਅਸੀਂ ਲੱਕ ਭੰਨ ਦਿਆਂਗੇ। ਲੇਕਿਨ 4.5 ਸਾਲ ਬਾਦਸਤੂਰ ਬਿਨਾਂ ਕਿਸੇ ਰੋਕ ਟੋਕ ਫਾਸਟਵੇ ਦੇ ਆਪਰੇਸ਼ਨ ਉसी ਕੀਮਤਾਂ, ਉसी ਦਰਾਂ, ਉसी ਮੁਨਾਫੇ ਉੱਤੇ ਚੱਲਦੀਆਂ ਰਹੀਆਂ ਤੇ ਉਸ ਨੂੰ ਕਿਸੇ ਨੇ ਨਹੀਂ ਰੋਕਿਆ। ਨਵਜੋਤ ਸਿੰਘ ਸਿੱਧੂ ਜੋ ਕਿ ਸਥਾਨਕ ਲੋਕਲ ਬਾਡੀਜ਼ ਮਿਨਿਸਟਰ ਸਨ, ਨਵਜੋਤ ਸਿੰਘ ਸਿੱਧੂ ਵੱਲੋਂ ਕੋਸ਼ਿਸ਼ਾਂ ਕੀਤੀਆਂ ਗਈਆਂ ਤੇ ਉਹਨਾਂ ਦੀ ਕੋਸ਼ਿਸ਼ ਫਾਸਟਵੇ ਨੂੰ ਕਿਤੇ ਨਾ ਕਿਤੇ ਨੱਪੜਦੀ ਸੀ। ਉਹਨਾਂ ਦੀ ਕੋਸ਼ਿਸ਼ ਇਹ ਸੀ, ਜੋ ਉਹਨਾਂ ਵੱਲੋਂ ਤਜਵੀਜ਼ ਲਿਆਈ ਗਈ ਬਤੌਰ ਲੋਕਲ ਬਾਡੀਜ਼ ਮਿਨਿਸਟਰ, ਉਹਨਾਂ ਨੇ ਕਿਹਾ ਵੀ ਜਿਹੜੇ ਅਲੱਗ-ਅਲੱਗ ਥਾਵਾਂ ਉੱਤੇ ਆਪਟੀਕਲ ਫਾਈਬਰਸ ਜਿਹੜੀਆਂ ਵਿਛਾਈਆਂ ਗਈਆਂ ਫਾਸਟਵੇ ਵੱਲੋਂ ਬੀਤੇ ਕਈ ਸਾਲਾਂ ਦੇ ਵਿੱਚ, ਉਸ ਦਾ ਕੋਈ ਵੀ ਜਿਹੜਾ ਟੈਕਸ ਹੈ, ਕੋਈ ਵੀ ਜਿਹੜਾ ਮੁਆਵਜ਼ਾ ਹੈ ਉਹ ਸਰਕਾਰ ਨੂੰ ਨਹੀਂ ਮਿਲਿਆ। ਸਰਕਾਰ ਦੇ ਖਾਤੇ ਵਿੱਚ ਉਹਨਾਂ ਨੇ ਰਿਕਾਰਡ ਕਢਵਾਇਆ ਵੀ ਕਿੰਨਾ ਪੈਸਾ ਫਾਸਟਵੇ ਨੇ ਜਾਂ ਉਹ ਕੰਪਨੀਆਂ ਜਿਨ੍ਹਾਂ ਨੇ ਕਿ ਕੇਬਲਾਂ ਪਾਈਆਂ, ਆਪਣੀਆਂ ਆਪਟੀਕਲ ਫਾਈਬਰ ਵਿਛਾਈਆਂ, ਸੜਕਾਂ ਤੋੜੀਆਂ, ਉਹ ਸਭ ਕੁਝ ਦਾ ਜਿਹੜਾ ਇੱਕ ਹਿਸਾਬ ਕਿਤਾਬ ਜਦੋਂ ਲਿਆ ਗਿਆ ਤਾਂ ਇੱਕ ਵੀ ਪੈਸਾ ਜਿਹੜਾ ਸੀ ਉਹ ਸਰਕਾਰ ਦੇ ਖਜ਼ਾਨੇ ਵਿੱਚ ਨਹੀਂ ਆਇਆ ਸੀ। ਜਦੋਂ ਕਿ ਬਣਦਾ ਸੀ ਸੜਕਾਂ ਦੀ ਤੋੜ ਫੋੜ, ਮੁਰੰਮਤ, ਉਹ ਸਰਕਾਰ ਨੇ ਆਪਣੇ ਉੱਤੇ ਲੈ ਲਈ। ਇਹ ਸਮਝਿਆ ਜਾਂਦਾ ਵੀ ਅਕਾਲੀ ਦਲ ਦੀ ਸਰਕਾਰ ਵੱਲੋਂ ਸਰਕਾਰ ਦੇ ਉੱਤੇ ਸਾਰਾ ਦਾ ਸਾਰਾ ਬੋਝ ਪਾਤਾ ਗਿਆ ਤੇ ਕੋਈ ਵੀ ਵਸੂਲੀ ਨਹੀਂ ਕੀਤੀ ਗਈ। ਸੋ ਨਵਜੋਤ ਸਿੰਘ ਸਿੱਧੂ ਕੋਸ਼ਿਸ਼ ਕਰਦੇ ਰਹੇ ਵੀ ਇਹ ਜਿਹੜੀ ਕਿਸੇ ਕਿਸਮ ਦੀ ਪੈਨਲਟੀਆਂ, ਕੋਈ ਟੈਕਸ ਜਿਹੜੇ ਹੈ ਲਾਏ ਜਾਣ। ਇਸ ਤੋਂ ਇਲਾਵਾ ਹੋਰ ਜਿਹੜੀਆਂ ਓਵਰਹੈਡ ਕੇਬਲਸ ਕਈ ਥਾਵਾਂ ਤੇ ਚੱਲ ਰਹੀਆਂ ਸਨ, ਉਹ ਸਰਕਾਰੀ ਖੰਭਿਆਂ ਤੋਂ ਜਾ ਰਹੀਆਂ ਸਨ, ਤਾਂ ਉਸ ਦਾ ਟੈਕਸ ਕੁਝ ਵਸੂਲਿਆ ਜਾਵੇ, ਕੋਈ ਰੈਗੂਲੇਸ਼ਨ ਫਿਕਸ ਕੀਤੀ ਜਾਵੇ, ਕੀਮਤ ਕੁਝ ਫਿਕਸ ਕੀਤੀ ਜਾਵੇ। ਸੋ ਇਹ ਸਾਰੀਆਂ ਕੋਸ਼ਿਸ਼ਾਂ ਜਦੋਂ ਨਵਜੋਤ ਸਿੰਘ ਸਿੱਧੂ ਹੋਰਾਂ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਸਾਹਮਣੇ ਬਤੌਰ ਪ੍ਰਪੋਜ਼ਲ ਪੇਸ਼ ਕੀਤੀਆਂ ਗਈਆਂ ਤਾਂ ਉੱਥੇ ਕੈਪਟਨ ਸਾਹਿਬ ਨੇ ਇਹ ਸਾਰੀ ਚੀਜ਼ ਨੂੰ ਨੱਪ ਲਿਆ। 4-4.5 ਸਾਲ ਬਾਦਸਤੂਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਵਿੱਚ ਕੇਬਲ ਆਪਰੇਸ਼ਨ ਸਮੂਥਲੀ ਰਨ ਕਰਦਾ ਹੈ ਉਹਨਾਂ ਹੀ ਟਰਮਸ ਐਂਡ ਕੰਡੀਸ਼ਨ ਉੱਤੇ। ਇਸ ਦਾ ਜਵਾਬ ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਦੇਣਾ ਪੈਣਾ ਹੈ ਕਿ ਆਖਿਰ ਕੀ ਅੰਡਰਸਟੈਂਡਿੰਗ ਬਣੀ, ਸਰਕਾਰ ਦੀ ਅਜਿਹੀ ਕਿਹੜੀ ਸਮਝ ਸੀ ਜੋ ਕਿ ਉਸ ਦਾ ਲੋਕਲ ਬਾਡੀ ਮਿਨਿਸਟਰ ਕੁਝ ਕਰਨਾ ਚਾਹ ਰਿਹਾ ਸੀ ਲੇਕਿਨ ਸਰਕਾਰ ਨੂੰ ਲੱਗ ਰਿਹਾ ਸੀ ਇਹ ਠੀਕ ਕਦਮ ਨਹੀਂ ਹੈ, ਤੇ ਉਸ ਤੋਂ ਬਾਅਦ ਕੰਮ ਨੂੰ ਉਵੇਂ ਹੀ ਤੁਰਦਾ ਰਹਿਣ ਦਿੱਤਾ ਗਿਆ ਜਿਵੇਂ ਕਿ ਅਕਾਲੀ ਦਲ ਦੀ ਜਾਂ ਬਾਦਲ ਸਰਕਾਰ ਵੇਲੇ ਇਸ ਪੂਰੇ ਦੇ ਪੂਰੇ ਬਿਜ਼ਨਸ ਨੂੰ ਚੱਲਣ ਦਿੱਤਾ ਗਿਆ ਸੀ। ਸੋ ਇਹ ਪੂਰਾ ਦਾ ਪੂਰਾ ਬਿਜ਼ਨਸ ਚੱਲਿਆ, ਲੇਕਿਨ ਅਜਿਹਾ ਨਹੀਂ ਹੈ ਵੀ ਹੋਰ ਆਪਰੇਟਰਸ ਨੇ ਜਾਂ ਹੋਰ MSOs ਦੀ ਗੱਲ ਕਰੀ, ਕਿਉਂਕਿ ਵੱਡਾ ਜਿਹੜਾ ਆਪਰੇਟਰ ਯਾਨੀ ਕਿ ਜੋ ਕਿ ਪੂਰੀ ਦੀ ਪੂਰੀ ਨੋਡਲ ਇੱਕ ਆਪਰੇਟਰ ਹੁੰਦਾ ਉਹ MSO ਹੁੰਦਾ ਹੈ।
MSO ਦੇ ਪੂਰੇ ਰੋਲ ਦੇ ਵਿੱਚ ਆਉਣ ਦੀਆਂ ਕੋਸ਼ਿਸ਼ਾਂ ਕੁਝ ਹੋਰ ਪਲੇਅਰਸ ਵੱਲੋਂ ਕੀਤੀਆਂ ਗਈਆਂ। ਹਿੰਦੂਜਾ ਕੰਪਨੀ ਨੇ ਇਨ ਕੇਬਲ ਦੇ ਜ਼ਰੀਏ ਕੁਝ ਸ਼ੁਰੂਆਤ ਕਰਨ ਦੀ ਕੋਸ਼ਿਸ਼ ਕੀਤੀ। ਇੱਕ ਨੈਕਸਟ ਨਾਂ ਤੋਂ ਵੀ ਹੋਰ ਬ੍ਰਾਂਡ ਲਾਂਚ ਕੀਤਾ ਗਿਆ ਸੀ। ਸੋ ਸਾਰੀਆਂ ਦੀਆਂ ਸਾਰੀਆਂ ਕੋਸ਼ਿਸ਼ਾਂ ਫੇਲ ਹੋਈਆਂ ਕਿਉਂਕਿ ਉਹਨਾਂ ਕੰਪਨੀਆਂ ਨੂੰ ਵੀ ਦੱਸਿਆ ਜਾਂਦਾ ਵੀ ਉਸ ਤਰੀਕੇ ਦੀ ਸਪੋਰਟ ਨਾ ਤਾਂ ਸਰਕਾਰ ਵੱਲੋਂ ਮਿਲ ਪਾਈ ਤੇ ਮੋਨੋਪੋਲੀ ਤੇ ਇੱਕ ਜਿਹੜਾ ਏਕਾਧਿਕਾਰ ਸੀ ਇਸ ਕੰਪਨੀ ਦਾ ਉਹ ਐਡਾ ਜ਼ਿਆਦਾ ਮਜ਼ਬੂਤ ਹੈ ਵੀ ਪੰਜਾਬ ਦੀ ਮਾਰਕੀਟ ਦੇ ਵਿੱਚ ਇਸ ਨੂੰ ਹਿਲਾਣਾ ਅੱਜ ਦੀ ਤਰੀਕ ਦੇ ਵਿੱਚ ਲਗਭਗ ਨਾਮੁਮਕਿਨ ਹੈ। ਲੇਕਿਨ ਇੱਥੇ ਤੁਹਾਨੂੰ ਇੱਕ ਅਪਡੇਟ ਸਾਂਝੀ ਕਰਦੇ ਵੀ ਜਲੰਧਰ ਦੇ ਵਿੱਚੋਂ ਬਹੁਤ ਛੇਤੀ ਕੁਝ ਹੋਰ ਵੱਡੀ ਇਨਵੈਸਟਮੈਂਟ ਦੇ ਨਾਲ ਕੁਝ ਹੋਰ ਬਿਜ਼ਨਸ ਘਰਾਣਿਆਂ ਨੇ ਇਸ ਪੂਰੇ ਦੇ ਪੂਰੇ ਬਿਜ਼ਨਸ ਦੇ ਵਿੱਚ ਆਉਣ ਦੀ ਪਹਿਲ ਸ਼ੁਰੂ ਕਰਤੀ ਹੈ ਤੇ ਆਉਣ ਵਾਲੇ 2-3 ਹਫ਼ਤਿਆਂ ਦੇ ਵਿੱਚ ਇਸ ਤਰੀਕੇ ਦੇ ਜਿਹੜੀ ਔਪਚਾਰਿਕ ਘੋਸ਼ਣਾਵਾਂ ਹੋਣ ਦੀ ਪੂਰੀ ਸੰਭਾਵਨਾ ਹੈ ਜਿਸ ਤਹਿਤ ਕਿ ਇੱਕ ਹੋਰ ਵੱਡਾ MSO ਪੰਜਾਬ ਦੀ ਮਾਰਕੀਟ ਵਿੱਚ ਉਤਰਨ ਜਾ ਰਿਹਾ ਹੈ। ਹਾਲਾਂਕਿ ਅਜਿਹੀਆਂ ਪ੍ਰੈਸ ਕਾਨਫਰੰਸਾਂ 1-1.5 ਸਾਲ ਪਹਿਲਾਂ ਵੀ ਹੋਈਆਂ ਸਨ। ਹਿੰਦੂਜਾ ਬਹੁਤ ਵੱਡਾ ਗਰੁੱਪ ਹੈ। ਹਰਿਆਣਾ ਤੇ ਕਈ ਹੋਰ ਦੇਸ਼ ਦੇ ਅਲੱਗ ਸੂਬਿਆਂ ਦੇ ਵਿੱਚ ਹਿੰਦੂਜਾ ਦੀ ਜਿਹੜੀ ਇਨ ਕੇਬਲ ਹੈ ਉਹ ਚੱਲਦੀ ਹੈ ਲੇਕਿਨ ਪੰਜਾਬ ਦੇ ਵਿੱਚ ਉਹਨਾਂ ਦਾ ਜਿਹੜਾ ਤਜਰਬਾ ਸੀ ਉਹ ਸਹੀ ਨਹੀਂ ਰਿਹਾ। ਇੱਥੇ ਟਿਕ ਨਹੀਂ ਪਾਇਆ ਫਾਸਟਵੇ ਦੇ ਸਾਹਮਣੇ। ਇੱਕ ਟੋਟਲੀ ਇੱਕ ਮੋਨੋਪੋਲਿਸਟਿਕ ਮਾਰਕੀਟ ਜਿਸ ਤੇ ਕਿ ਇੱਕ ਕੰਪੀਟੀਟਿਵ ਤੇ ਟੈਕਨੀਕਲੀ ਬਹੁਤ ਹੀ ਮਜ਼ਬੂਤ ਜਿਹੜਾ ਐਜ ਹੈ ਪੱਖ ਹੈ ਉਹ ਇਸ ਕੰਪਨੀ ਇਸ MSO ਫਾਸਟਵੇ ਦੀ ਫੇਵਰ ਦੇ ਵਿੱਚ ਜਾਂਦਾ ਹੈ। ਇੱਥੇ ਇਹ ਵੀ ਦੱਸਣਾ ਬਹੁਤ ਜ਼ਰੂਰੀ ਹੈ ਕਿ ਇਸ ਕੇਬਲ ਆਪਰੇਸ਼ਨ ਦੇ ਪੂਰੇ ਬਿਜ਼ਨਸ ਨੂੰ ਯਾਨੀ ਕਿ ਡਿਜੀਟਲ ਸਿਗਨਲਸ ਨੂੰ ਬਹੁਤ ਹੀ ਇੱਕ ਇੰਪੋਰਟੈਂਟ ਐਸੈਂਸ਼ੀਅਲ ਸਰਵਿਸ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ। ਸੋ ਅਦਾਲਤਾਂ ਜੇ ਆਪਾਂ ਸੋਚ ਰਹੇ ਹਾਂ ਵੀ ਯਾਰ ਅਦਾਲਤਾਂ ਦੇ ਵਿੱਚ ਕੋਈ ਕਿਉਂ ਨਹੀਂ ਗਿਆ, ਅਦਾਲਤਾਂ ਨੇ ਕਿਉਂ ਇਸ ਪੂਰੇ ਦੇ ਪੂਰੇ ਮੋਨੋਪੋਲਿਸਟਿਕ ਬਿਜ਼ਨਸ ਦਾ ਅਜੇ ਤੱਕ ਨੋਟਿਸ ਨਹੀਂ ਲਿਆ, ਤਾਂ ਇਹ ਸਮਝ ਲਈਏ ਵੀ ਕੋਸ਼ਿਸ਼ਾਂ ਹੋਈਆਂ ਲੇਕਿਨ ਇਸ ਸਪਲਾਈ ਨੂੰ ਰੋਕਣਾ, ਇਸ ਚੇਨ ਨੂੰ ਤੋੜਨਾ, ਡਿਸਰਪਟ ਕਰਨਾ ਬਿਲਕੁਲ ਹੀ ਔਖਾ ਕੰਮ ਹੈ। ਜਦ ਤੱਕ ਇੱਕ ਮੁਕਾਬਲੇ ਦੇ ਵਿੱਚ ਮਜ਼ਬੂਤ ਖਿਡਾਰੀ ਜਾਂ ਪਲੇਅਰ ਕੰਪੀਟੀਟਰ ਨਹੀਂ ਆ ਜਾਂਦਾ ਉਸ ਵਕਤ ਤੱਕ ਇਸ ਕੰਪਨੀ ਨੂੰ ਨਾ ਤਾਂ ਲੀਗਲ ਤੌਰ ਤੇ ਰੋਕਿਆ ਜਾ ਸਕਦਾ ਹੈ ਕਿਉਂਕਿ ਉਹ ਆਪਣਾ ਕੰਮ ਬਕਾਇਦਾ ਹਰ ਕਾਨੂੰਨ ਨੂੰ ਧਿਆਨ ਵਿੱਚ ਰੱਖ ਕੇ ਹੋਏ ਕਰ ਰਹੇ ਨੇ। ਹਾਲਾਂਕਿ ਉਹਨਾਂ ਨੇ ਬਹੁਤ ਸਾਰੀਆਂ ਅਜਿਹੀਆਂ ਫੇਵਰਸ ਪੁਰਾਣੀਆਂ ਸਰਕਾਰਾਂ ਤੋਂ ਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਤੋਂ ਲੈਣ ਵਿੱਚ ਕਾਮਯਾਬੀ ਹਾਸਲ ਕੀਤੀ, ਤਾਂ ਹੀ ਕਰਕੇ ਉਹਨਾਂ ਦਾ ਧੰਦਾ ਇਸ ਪੱਧਰ ਤੱਕ ਗਿਆ। ਲੇਕਿਨ ਕੈਰੇਜ ਫੀ ਦਾ ਮੁੱਦਾ ਹੋਵੇ ਜਾਂ ਹੋਰ तमाम ਇਸ਼ੂਜ਼ ਹੋਣ ਉੱਥੇ ਉਹਨਾਂ ਨੂੰ ਪੁੱਛਣ ਵਾਲਾ ਕੋਈ ਨਹੀਂ, ਉਹਨਾਂ ਉੱਤੇ ਅੰਕੁਸ਼ ਲਾਉਣ ਵਾਲਾ ਕੋਈ ਨਹੀਂ। ਤੇ ਹੁਣ ਤੱਕ ਇਹ ਅਜਿਹਾ ਸਿਸਟਮ ਬਣ ਚੁੱਕਾ ਹੈ ਵੀ ਛੇਤੀ ਕੋਈ ਇਸ ਪੂਰੇ ਦੇ ਪੂਰੇ ਸਿਸਟਮ ਨੂੰ ਹੱਥ ਵੀ ਨਹੀਂ ਪਾਏਗਾ। ਸੋ ਚਰਨਜੀਤ ਸਿੰਘ ਚੰਨੀ ਕਿਸ ਬੇਸ ਉੱਤੇ ਕਹਿ ਰਹੇ ਨੇ ਇਹ ਗੱਲਬਾਤ ਵੀ 100 ਰੁਪਏ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਕੇਬਲ ਦਾ ਕਨੈਕਸ਼ਨ ਮਿਲੇਗਾ, ਇਹ ਮੇਰੀ ਸਮਝ ਤੋਂ ਥੋੜੀ ਜਿਹੀ ਬਾਹਰ ਹੈ ਲੇਕਿਨ ਇਹ ਫੈਕਟ ਹੈ ਵੀ ਇੱਕ ਹੋਰ MSO ਵੱਡਾ ਪੰਜਾਬ ਦੀ ਮਾਰਕੀਟ ਵਿੱਚ ਆਉਣ ਜਾ ਰਿਹਾ। ਸੋ ਸ਼ਾਇਦ ਉਹ ਇੱਕ ਉਮੀਦ ਤੇ ਆਸ ਦੀ ਇੱਕ ਕਿਰਨ ਹੋਵੇ। ਹੁਣ ਤੱਕ ਆਪਾਂ ਇਹ ਚੀਜ਼ ਸਮਝ ਚੁੱਕੇ ਹਾਂ ਕਿ ਇੱਕ ਮੋਨੋਪੋਲਿਸਟਿਕ ਬਿਜ਼ਨਸ ਐਂਡ ਟ੍ਰੇਡ ਪ੍ਰੈਕਟਿਸ ਹੈ, ਇੱਕ ਅਨਫੇਅਰ ਕੰਪੀਟੀਸ਼ਨ ਹੈ ਜਿਸ ਵਿੱਚ ਕਿ ਮੁਕਾਬਲੇ ਦੇ ਵਿੱਚ ਕੋਈ ਵੀ ਮਜ਼ਬੂਤ MSO ਪੰਜਾਬ ਦੇ ਵਿੱਚ ਨਾ ਤਾਂ ਕਦਮ ਰੱਖ ਸਕਿਆ ਹੈ ਤੇ ਨਾ ਹੀ ਉਸਦੇ ਪੈਰ ਲੱਗਣ ਦਿੱਤੇ ਗਏ ਨੇ ਜਾਂ ਉਹ ਲਗਾ ਪਾਇਆ ਹੈ। ਦੋਵੇਂ ਚੀਜ਼ਾਂ ਨੇ, ਮੁਕਾਬਲੇਬਾਜ਼ੀ ਤੇ ਇੱਕ ਕੰਪੀਟੈਂਸ ਯੋਗਤਾ ਇੱਕ ਚੀਜ਼ ਹੈ ਤੇ ਸਰਕਾਰ ਜਾਂ ਫਿਰ ਸਿਸਟਮ ਤੰਤਰ ਜਾਂ ਸਟੇਟ ਦਾ ਜਿਹੜਾ ਥਾਪੜਾ ਹੈ ਉਸ ਦੇ ਪਿੱਛੇ ਜਿਹੜੀ ਸ਼ਕਤੀ ਹੈ ਉਹ ਆਪਣਾ ਕੰਮ ਕਰਦੀ ਹੈ ਕਿਉਂਕਿ ਲੈ ਦੇ ਕੇ ਇਸ ਬਿਜ਼ਨਸ ਦਾ ਜਿਹੜਾ ਪੂਰਾ ਦਾ ਪੂਰਾ ਇੱਕ ਜੜ ਹੈ ਉਹ ਇੱਕ ਥਾਣੇਦਾਰ ਤੇ ਆ ਕੇ ਰੁਕ ਜਾਂਦੀ ਹੈ। ਇਲਾਕੇ ਦਾ SHO ਪੁਲਿਸ ਅਫਸਰ ਕਿਸ ਦੀ ਫੇਵਰ ਕਰੇਗਾ, ਕਿਸ ਦੇ ਨਾਲ ਖੜਾ ਹੋਏਗਾ, ਸਰਕਾਰ ਦਾ ਇਸ਼ਾਰਾ ਕੀ ਹੈ, ਇਹ ਚੀਜ਼ ਕਾਫੀ ਹੱਦ ਤੱਕ ਇਸ ਬਿਜ਼ਨਸ ਦੇ ਵਿੱਚ ਇੱਕ ਇੰਪੋਰਟੈਂਟ ਡਿਟਰਮਿਨਿੰਗ ਫੈਕਟਰ ਹੈ। ਲੇਕਿਨ ਇਹ ਫੈਕਟਰ ਉਹਦਾ ਫੈਕਟਰ ਨਹੀਂ ਹੈ ਜੋ ਕਿ ਇੱਕ ਤਕਨੀਕੀ ਪੱਖ ਹੈ, ਟੈਕਨੋਲੋਜੀਕਲ ਪੱਖ ਹੈ ਇਸ ਪੂਰੇ ਦੇ ਪੂਰੇ ਬਿਜ਼ਨਸ ਦਾ ਜਿਸ ਦੇ ਵਿੱਚ ਕਿ ਹੁਣ ਇੱਕ MSO ਪੰਜਾਬ ਦੇ ਵਿੱਚ ਆਪਣੇ ਪੈਰ ਚੰਗੀ ਤਰ੍ਹਾਂ ਜਮਾ ਚੁੱਕਿਆ ਹੈ। ਸੋ ਕਿਸ ਤਰੀਕੇ ਨਾਲ ਚਰਨਜੀਤ ਸਿੰਘ ਚੰਨੀ ਸਾਹਿਬ ਉਹ ਜਮੇ ਹੋਏ ਪੈਰਾਂ ਨੂੰ ਉਖਾੜ ਪਾਉਣਗੇ ਜਾਂ ਫਿਰ ਇਸ ਕੇਬਲ ਦੇ ਜਿਹੜੇ ਕਨੈਕਸ਼ਨਸ ਹੈਗੇ ਨੇ ਇਹਨਾਂ ਨੂੰ ਆਮ ਲੋਕਾਂ ਲਈ ਹੋਰ ਅਫੋਰਡੇਬਲ ਬਣਾ ਸਕਣਗੇ, ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੇਗਾ। ਲੇਕਿਨ ਕੁਝ ਤਸੱਲੀ ਇਸ ਗੱਲ ਤੋਂ ਜ਼ਰੂਰ ਲਈ ਜਾ ਸਕਦੀ ਹੈ ਕਿ ਇੱਕ ਨਵਾਂ MSO ਪਲੇਅਰ ਜੋ ਕਿ ਸੈਂਕੜਾ ਕਰੋੜਾਂ ਦੀ ਇਨਵੈਸਟਮੈਂਟ ਦੇ ਨਾਲ ਹੁਣ ਪੰਜਾਬ ਦੇ ਵਿੱਚ ਉਤਰਨ ਜਾ ਰਿਹਾ ਹੈ ਉਹ ਇੱਕ ਮੁਕਾਬਲਾ ਇਸ ਐਗਜ਼ਿਸਟਿੰਗ ਜਿਹੜਾ ਮੋਨੋਪੋਲੀ ਰੱਖਣ ਵਾਲਾ MSO ਹੈ ਉਸ ਨੂੰ ਦੇ ਪਾਏਗਾ ਤੇ ਉਸ ਤੋਂ ਬਾਅਦ ਇਸ ਮੁਕਾਬਲੇ ਦੇ ਚੱਲਦਿਆਂ ਹੋਇਆਂ ਹੀ ਕੁਝ ਕੀਮਤਾਂ ਘਟਣਗੀਆਂ। ਲੇਕਿਨ ਕਿੰਨੀਆਂ ਘਟਣਗੀਆਂ ਤੇ ਕੀ 100 ਰੁਪਏ ਦੇ ਦਾਇਰੇ ਦੇ ਵਿੱਚ ਲੋਕਾਂ ਨੂੰ ਇੱਕ ਅਫੋਰਡੇਬਲ ਕੇਬਲ ਕਨੈਕਸ਼ਨ ਮਿਲ ਪਾਏਗਾ, ਇਹ ਅਜੇ ਵੀ ਮੈਨੂੰ ਥੋੜਾ ਜਿਹਾ ਇੰਪ੍ਰੈਕਟੀਕਲ ਲੱਗ ਰਿਹਾ ਕਿਉਂਕਿ ਜਿਹੜੀ ਇੱਕ NCF ਜਿਸ ਨੂੰ ਨੈਟਵਰਕ ਕੈਪੈਸਿਟੀ ਫੀ ਕਿਹਾ ਜਾਂਦਾ ਹੈ ਉਹੀ ਕੇਂਦਰ ਸਰਕਾਰ ਵੱਲੋਂ 130 ਰੁਪਏ ਰੱਖੀ ਗਈ ਹੈ। ਸੋ ਉਹਨਾਂ ਹਾਲਾਤਾਂ ਦੇ ਵਿੱਚ ਚੈਨਲਾਂ ਦੀ ਗੱਲ ਕਰ ਲਈਏ ਜਾਂ ਚੰਗੇ ਚੈਨਲਾਂ ਦੀ ਗੱਲ ਕਰ ਲਈਏ ਜੋ ਕਿ ਸਬਸਕ੍ਰਿਪਸ਼ਨ ਵਸੂਲ ਕਰਦੇ ਨੇ ਉਹ ਕਿਸ ਤਰੀਕੇ ਨਾਲ ਐਡੀ ਅਫੋਰਡੇਬਲ ਇੰਨੀ ਵੀ ਕਿੱਡੀ ਅਫੋਰਡੇਬਲ ਬਣਾਤੀ ਜਾਏਗੀ। ਕੋਈ ਆਟਾ ਚੌਲ ਵੰਡਣੇ ਨਹੀਂ ਹੈਗੇ ਨੇ ਬਲਕਿ ਇੱਕ ਅਜਿਹਾ ਸਿਗਨਲ ਲੋਕਾਂ ਤੱਕ ਪਹੁੰਚਾਉਣਾ ਹੈ ਜਿਸ ਦੇ ਉੱਤੇ ਵਸੂਲੀ ਇਕੱਲੇ ਕੇਬਲ ਆਪਰੇਟਰ ਤੇ MSO ਨੇ ਨਹੀਂ ਬਲਕਿ ਚੈਨਲਾਂ ਨੇ ਵੀ ਕਰਨੀ ਹੈ। ਸਮਝਣਾ ਇਹ ਵੀ ਹੋਏਗਾ ਵੀ ਮੁੱਖ ਮੰਤਰੀ ਸਾਹਿਬ ਨੇ ਅਜੇ ਤੱਕ ਤਾਂ ਸਿਰਫ ਇੱਕ ਕੰਜ਼ਿਊਮਰ ਨੂੰ ਰਾਹਤ ਦੇਣ ਦੀ ਗੱਲ ਕੀਤੀ ਹੈ, ਇੱਕ ਪੀੜਤ ਪੱਖ ਇਸ ਪੂਰੇ ਦੇ ਪੂਰੇ ਖੇਡ ਦੇ ਵਿੱਚ ਪੰਜਾਬ ਦੇ ਨਜ਼ਰੀਏ ਤੋਂ ਉਹ ਚੈਨਲ ਵੀ ਨੇ, ਸੈਟਲਾਈਟ ਚੈਨਲ ਵੀ ਨੇ ਜੋ ਕਿ 10-10 ਗੁਣਾ ਜ਼ਿਆਦਾ ਕੈਰੇਜ ਫੀਸ ਦੇ ਰਹੇ ਨੇ। ਉਸ ਕੈਰੇਜ ਫੀ ਜਿਹੜੀ 10-10 ਗੁਣਾ ਜ਼ਿਆਦਾ ਦਿੱਤੀ ਜਾਂਦੀ ਹੈ ਉਸ ਉੱਤੇ ਟੈਕਸ ਤਾਂ ਸਰਕਾਰ ਨੂੰ ਜ਼ਰੂਰ ਜਾਂਦਾ ਹੋਏਗਾ
ਲੇਕਿਨ ਪੰਜਾਬ ਸਰਕਾਰ ਦੇ ਹਿੱਸੇ ਇਸ ਦੇ ਵਿੱਚੋਂ ਕੁਝ ਵੀ ਨਹੀਂ ਆ ਰਿਹਾ। ਸੋ ਕੀ ਪੰਜਾਬ ਸਰਕਾਰ ਆਉਣ ਵਾਲੇ ਸਮੇਂ ਦੇ ਵਿੱਚ ਇਸ ਕੈਰੇਜ ਫੀਸ ਦੇ ਉੱਤੇ ਵੀ ਕਿਸੇ ਕਿਸਮ ਦੀ ਜਿਹੜੀ ਰੈਗੂਲੇਸ਼ਨ ਹੈ ਜਾਂ ਕਿਸੇ ਕਿਸਮ ਦੀ ਆਪਣੀ ਕੋਈ ਕੰਡੀਸ਼ਨ ਲਾ ਸਕਦੀ ਹੈ? ਕੀ ਇਹ ਚੀਜ਼ ਲੀਗਲੀ ਸੰਭਵ ਹੈ? ਕਿਉਂਕਿ ਇਹ ਸਾਰੇ ਦੇ ਸਾਰੇ ਮਾਮਲੇ ਸਿੱਧੇ ਤਰੀਕੇ ਨਾਲ ਟੈਲੀਕਾਮ ਤੇ ਰੈਗੂਲੇਟਰੀ ਅਥਾਰਟੀਜ਼ ਦੇ ਨਾਲ ਜਾ ਕੇ ਜੁੜਦੇ ਨੇ, ਜਿਸ ਵਿੱਚ ਕਿ ਸਟੇਟ ਦਾ ਬਹੁਤ ਹੀ ਲਿਮਿਟਿਡ ਰੋਲ ਹੈ। ਜੇ ਸਟੇਟ ਅਜਿਹਾ ਕੋਈ ਵੀ ਹੋਰ ਅਤਿਰਿਕਤ ਐਡੀਸ਼ਨਲ ਟੈਕਸ ਲਾਉਂਦਾ ਹੈ ਤਾਂ ਉਸ ਨੂੰ ਬਾਅਦ ਦੇ ਵਿੱਚ ਆਪਰੇਟਰ ਤੇ ਐਮਐਸਓ ਨੇ ਕੰਜ਼ਿਊਮਰਾਂ ਤੱਕ ਹੀ ਪਾਸ ਕਰਨਾ ਹੈ। ਸੋ ਉਹਨਾਂ ਸਥਿਤੀਆਂ ਦੇ ਵਿੱਚ ਕਿਵੇਂ ਅਫੋਰਡੇਬਿਲਿਟੀ ਹੋਰ ਵਧਾਈ ਜਾਏਗੀ ਇਸ ਕੇਬਲ ਕਨੈਕਸ਼ਨ ਦੀ, ਇੱਕ ਬਹੁਤ ਵੱਡਾ ਸਵਾਲ ਹੈ। ਗੱਲਾਂ, ਨਾਰੇ, ਜੁਮਲਿਆਂ ਤੇ ਭਾਸ਼ਣਾਂ ਦੇ ਵਿੱਚ ਜੋ ਮਰਜ਼ੀ ਕਹਿ ਜਾਣ, ਚਾਹੇ ਚਰਨਜੀਤ ਚੰਨੀ ਕਹਿ ਜਾਣ ਜਾਂ ਫਿਰ ਕੋਈ ਵੀ ਮੁੱਖ ਮੰਤਰੀ ਹੋਵੇ ਸੂਬੇ ਦਾ, ਲੇਕਿਨ ਜ਼ਮੀਨੀ ਪੱਧਰ ਤੇ ਕਿਸ ਹੱਦ ਤੱਕ ਇਹ ਚੀਜ਼ ਸੰਭਵ ਹੋ ਪਾਏਗੀ ਇਹ ਵੇਖਣਾ ਹੋਏਗਾ। ਲੇਕਿਨ ਸਭ ਤੋਂ ਮਹੱਤਵਪੂਰਨ ਪੱਖ ਜਿਸ ਦੀ ਕਿ ਆਸ ਕੀਤੀ ਜਾਣੀ ਚਾਹੀਦੀ ਹੈ ਉਹ ਹੈ ਇੱਕ ਫੇਅਰ ਪਲੇ। ਇਸ ਪੂਰੇ ਦੇ ਪੂਰੇ ਸੈਕਟਰ ਦੇ ਵਿੱਚ, ਕੇਬਲ ਆਪਰੇਸ਼ਨ ਦੇ ਵਿੱਚ, ਕੇਬਲ ਟੀਵੀ ਦੇ ਉਸ ਕੰਮ ਧੰਦੇ ਦੇ ਵਿੱਚ ਇੱਕ ਫੇਅਰਨੈਸ ਆਵੇ, ਇੱਕ ਲੈਵਲ ਪਲੇਇੰਗ ਫੀਲਡ ਮਿਲੇ, ਬਰਾਬਰਤਾ ਦਾ ਜਿਹੜਾ ਮੌਕਾ ਹੈ ਹਰ ਖਿਡਾਰੀ ਨੂੰ ਮਿਲੇ, ਹਰ ਐਮਐਸਓ ਨੂੰ ਮਿਲੇ। ਫਿਰ ਜਿਹੜਾ ਜ਼ਿਆਦਾ ਬੈਟਰ ਹੋਏਗਾ, ਚਾਹੇ ਉਹ ਫਾਸਟਵੇ ਹੋਵੇ ਜਾਂ ਫਿਰ ਕੋਈ ਹੋਰ ਹੋਵੇ, ਉਸ ਨੂੰ ਇੱਕ ਉਸ ਦਾ ਬਣਦਾ ਹੱਕ ਮਿਲਣਾ ਚਾਹੀਦਾ ਹੈ ਤਰੱਕੀ ਕਰਨ ਦਾ, ਕਾਮਯਾਬੀ ਹਾਸਲ ਕਰਨ ਦਾ। ਸਿਰਫ ਸਰਕਾਰੀ ਸ਼ੈ ਦੇ ਉੱਤੇ ਕਿਸੇ ਸਰਕਾਰ ਦੇ ਥਾਪੜੇ ਤੋਂ ਬਾਅਦ ਜੇ ਆਪਾਂ ਆਪਣੇ ਇੰਨੇ ਬਿਜ਼ਨਸਾਂ ਧੰਦਿਆਂ ਨੂੰ ਐਡਾ ਵਧਾ ਫੁਲਾ ਲਾਂਗੇ, ਉਸ ਹਾਲਾਤ ਦੇ ਵਿੱਚ ਬਹੁਤ ਸੇ ਲੋਕਾਂ ਦਾ ਜਿਹੜਾ ਹੋਇਆ ਸ਼ੋਸ਼ਣ ਹੈ ਉਹ ਕਿਤੇ ਨਾ ਕਿਤੇ ਸਾਡੇ ਸਾਹਮਣੇ ਇੱਕ ਬਹੁਤ ਵੱਡਾ ਮੋਰਲ ਕੁਐਸਚਨ ਵੀ ਖੜਾ ਕਰਦਾ ਰਹੇਗਾ, ਜਿਸ ਨੂੰ ਅੱਜ ਐਡਰੈਸ ਕਰਨ ਦੀ ਕੋਸ਼ਿਸ਼ ਸਰਕਾਰਾਂ ਕਰ ਰਹੀਆਂ ਨੇ, ਲੇਕਿਨ ਉਹਨਾਂ ਦਾ ਹੱਥ ਵਸ ਵੀ ਬੀਤੇ ਕਈ ਸਾਲਾਂ ਵਿੱਚ ਚੱਲਦਾ ਨਜ਼ਰ ਨਹੀਂ ਆ ਰਿਹਾ। ਸੋ ਪੰਜਾਬ ਇੱਕ ਵਾਹਦ ਅਜਿਹਾ ਸੂਬਾ ਹੈ ਜਿੱਥੇ ਕਿ ਮੋਨੋਪੋਲੀ ਐਡੀ ਕਰੂਡ ਹੈ, ਐਡੀ ਬਰੂਟ ਹੈ। ਆਸ ਕਰਦੇ ਹਾਂ ਵੀ ਛੇਤੀ ਹੀ ਇਹ ਏਕਾਧਿਕਾਰ ਜਾਂ ਇਜਾਰੇਦਾਰੀ ਜਿਹੜੀ ਹੈ ਉਹ ਖਤਮ ਹੋਏਗੀ। ਬਹੁਤ ਬਹੁਤ ਧੰਨਵਾਦ ਇਸ ਰਿਪੋਰਟ ਨੂੰ ਵੇਖਣ ਲਈ। ਆਸ ਕਰਦਾ ਹਾਂ ਰਿਪੋਰਟ ਠੀਕ ਲੱਗੀ ਹੋਏਗੀ ਤੇ ਤੁਹਾਡੀ ਜਾਣਕਾਰੀ ਦੇ ਵਿੱਚ ਕੁਝ ਵਾਧਾ ਕਰਕੇ ਗਈ ਹੋਏਗੀ। ਥੈਂਕ ਯੂ ਸੋ ਮਚ।